प्यार होया सी जिंदगी च? अदब जी, वो बात क्यों पूछते हो जो बताने के काबिल नहीं है। छोटियां नज़मां दी वड्डी शायरा कौन कहंदा तुहानू? मन तां अक्सर मर जांदा है, मारिया प्यार नहीं मरता। ਉਹ ਕੀ ਗੱਲ ਸੀਗੀ ਜਦੋਂ ਅਮਰਤਾ ਪ੍ਰੀਤਮ ਨੇ ਤੁਹਾਡੇ ਹੱਥ ਚੁੰਮੇ ਸੀ? ਉਹ ਮਿਲਦੇ ਨਹੀਂ ਸੀ ਬਿਮਾਰੀ ਦੀ ਪੋਜੀਸ਼ਨ 'ਚ, ਪਰ ਫਿਰ ਮੈਂ ਉਹਨਾਂ ਕੋਲ ਅੱਧਾ ਘੰਟਾ ਬੈਠ ਕੇ ਲੱਤਾਂ ਲੁੱਤਾਂ ਘੁੱਟੀਆਂ। ਰੋਜ਼ ਜੀ ਇੱਕ ਫੋਟੋ ਲੈ ਕੇ ਆ ਗਏ, ਕਹਿੰਦੇ ਆ ਹੈਗੇ ਇਹ ਰੇਡੀਓ ਸਟੇਸ਼ਨ ਦੀ ਫੋਟੋ ਹੈ। ਤੇ ਉਦੋਂ ਜਦੋਂ ਮੈਨੂੰ ਛੱਡ ਕੇ ਆਂਦਾ ਹੁੰਦਾ ਸੀ, ਮੇਰੀ ਪਿੱਠ ਤੇ ਸਾਹਿਰ ਦਾ ਨਾਂ ਲਿਖਦੀ ਰਹਿੰਦੀ ਹੁੰਦੀ ਸੀ। ਕਹਿੰਦੇ ਜ਼ਿੰਦਗੀ ਦੀ ਰਹੇਲ ਤੇ ਪਲਕਾਂ ਵਿਛਾ ਕੇ ਵਾਚਿਆ ਸੀ ਉਹਨੂੰ ਰੱਬ ਜਾਣ ਕੇ, ਤੇ ਵਾਚਦਿਆਂ ਵਾਚਦਿਆਂ ਰੱਬ ਸ਼ਬਦ ਦੇ ਮਾਇਨੇ ਬਦਲ ਗਏ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸਾਹਿਤਕ ਤੰਦਾਂ ਵਾਚ ਰਹੇ ਹੋ ਤੁਸੀਂ ਇਸ ਵੇਲੇ, ਤੇ ਸਾਹਿਤ ਦੀ ਤੰਦ ਪਾਉਣ ਵਾਸਤੇ ਮੈਂ ਆ ਗਿਆ ਹਾਂ ਜਸ ਦੀ ਖਿੜਕੀ ਰਾਹੀਂ ਤੁਹਾਡੇ ਵਿਹੜੇ। ਤੁਹਾਨੂੰ ਪਤਾ ਹੀ ਹੈ ਕਿ ਹਰ ਵਾਰ ਕੋਈ ਨਾ ਕੋਈ ਸਾਹਿਤਕਾਰ ਸਾਡੇ ਨਾਲ ਹੁੰਦੇ ਨੇ, ਤੇ ਅੱਜ ਜਿਹੜੇ ਸਾਹਿਤਕਾਰ ਸਾਡੇ ਨਾਲ ਨੇ ਉਹਨਾਂ ਬਾਰੇ ਜੇ ਮੈਂ ਕਹਾਂ ਕੋਈ ਵੀ ਗੱਲ ਸ਼ਬਦਾਂ ਦੇ ਵਿੱਚ ਲਿਆਉਣੀ ਮੈਨੂੰ ਥੋੜ੍ਹੀ ਜਿਹੀ ਔਖੀ ਹੋ ਰਹੀ ਆ, ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਇੱਕ ਲੰਬਾ ਪੈਂਡਾ ਲੰਬਾ ਸਫ਼ਰ ਆ ਉਹ। ਤੇ ਕੋਸ਼ਿਸ਼ ਕਰਾਂਗੇ ਉਹਨਾਂ ਦੀ ਜ਼ਿੰਦਗੀ ਦੇ ਹਰ ਇੱਕ ਪਹਿਲੂ ਦੇ ਉੱਤੇ ਝਾਤ ਮਾਰਨ ਦੀ। ਥੋੜ੍ਹੀਆਂ ਜਿਹੀਆਂ ਗੱਲਾਂ ਦੇ ਵਿੱਚ ਮੈਂ ਦੱਸ ਦਿਆਂ ਉਹਨਾਂ ਦੇ ਬਾਰੇ। ਲਾਹੌਰ ਨਾਲ ਵੀ ਉਹਨਾਂ ਦਾ ਨਾਤਾ ਤੇ ਪੁਆਧ ਨਾਲ ਵੀ ਨਾਤਾ। ਵੰਡ ਤੋਂ 7 ਵਰ੍ਹੇ ਪਹਿਲਾਂ 1940 'ਚ ਉਹਨਾਂ ਦਾ ਜਨਮ ਹੋਇਆ। ਵੰਡ ਤੋਂ ਬਾਅਦ ਪੁਆਧ ਦੇ ਇਲਾਕੇ 'ਚ ਆ ਕੇ ਵਸ ਗਏ, ਰਹੇ ਇੱਧਰ ਆ ਕੇ। ਤੇ ਟੀਚਿੰਗ ਦੇ ਪ੍ਰੋਫੈਸ਼ਨ ਦੇ ਵਿੱਚ ਇੱਕ ਜ਼ਿੰਦਗੀ ਉਹਨਾਂ ਦੀ ਕਹਿ ਲਓ ਲੰਘੀ ਆ। ਤੇ ਟੀਚਿੰਗ ਦੇ ਵਿੱਚ ਉਹਨਾਂ ਨੂੰ ਬੜੇ ਨਾਮ ਸਨਮਾਨ, ਵੱਡੇ ਵੱਡੇ ਸਟੇਟ ਅਵਾਰਡ, ਨੈਸ਼ਨਲ ਅਵਾਰਡ ਮਿਲੇ। ਉਸ ਤੋਂ ਬਿਨਾਂ ਸਾਹਿਤ ਦੇ ਖੇਤਰ 'ਚ 9-10 ਕਿਤਾਬਾਂ ਉਹਨਾਂ ਦੀਆਂ ਆ ਗਈਆਂ, ਜਿਹਦੇ ਵਿੱਚੋਂ 7 ਨਜ਼ਮਾਂ ਦੀਆਂ ਤੇ 2 ਵਾਰਤਕ ਦੀਆਂ। ਜੇ ਮੈਂ ਹੋਰ ਗੱਲ ਕਰਾਂ ਤਾਂ ਕਠਪੁਤਲੀ ਇੱਕ ਵਿਧਾ ਹੁੰਦੀ ਆ ਨਾਟਕ ਦੀ। ਕਠਪੁਤਲੀਆਂ ਬਾਰੇ ਤੁਹਾਨੂੰ ਪਤਾ ਹੋਊਗਾ, ਪਪਟਰੀ। ਉਹਦੇ ਵਿੱਚ ਵੀ ਉਹਨਾਂ ਦਾ ਇੱਕ ਅਲੱਗ ਹੀ ਕਹਿ ਲਓ ਉਹਨਾਂ ਦਾ ਇੱਕ ਨਾਮ ਹੈ, ਬੜੇ ਇਨਾਮ ਵੀ ਜਿੱਤੇ ਆ। ਤੇ ਉਹਦੇ 'ਚ ਖੋਜ ਦਾ ਕਾਰਜ ਵੀ ਉਹਨਾਂ ਨੇ ਬੜਾ ਕੀਤਾ। ਉਸ 'ਤੇ ਵੀ ਉਹਨਾਂ ਦੀ ਕਿਤਾਬ ਆ ਰਹੀ ਆ। ਉਹਨਾਂ ਦੀਆਂ ਕਿਤਾਬਾਂ ਕਈ ਭਾਸ਼ਾਵਾਂ 'ਚ ਟਰਾਂਸਲੇਟ ਵੀ ਹੋ ਗਈਆਂ। ਕੌਣ ਨੇ ਉਹ ਜਿਹੜੇ ਘਨੇੜਈ ਵਰੇ ਚੱਕੀ ਫਿਰਦੇ ਆ? ਉਹ ਜ਼ਿੰਦਗੀ ਦੇ ਕਿਹੜੇ ਵਰੇ ਉਹਨਾਂ ਨੇ ਘਨੇੜੀ ਚੱਕੇ ਹੋਏ ਆ, ਉਹਦੇ ਬਾਰੇ ਜਾਣਾਂਗੇ। ਤੇ ਜਦੋਂ ਨਾਨੀ ਦੇ ਤੌਰ ਤੇ ਆਪਣੀ ਕਹਿ ਲਓ ਵੀ ਦੋਹਤੀ ਕੁਨਮੁਨ ਦੇ ਨਾਲ ਕਲੋਲਾਂ ਕਰਦੇ ਆ, ਵੀ ਕਿਹੜੀਆਂ ਕਲੋਲਾਂ ਕਰਦੇ ਆ, ਇਹ ਵੀ ਆਪਾਂ ਪੁੱਛਾਂਗੇ ਉਹਨਾਂ ਤੋਂ। ਤੇ ਨਜ਼ਮਾਂ ਦੇ ਵਿੱਚ ਉਹਨੂੰ ਛੋਟੀਆਂ ਨਜ਼ਮਾਂ ਦੀ ਵੱਡੀ ਸ਼ਾਇਰਾ ਕਿਹਾ ਜਾਂਦਾ। ਤੇ ਗੁਲਜ਼ਾਰ ਸਿੰਘ ਸੰਧੂ ਹੋਰ ਉਹਨਾਂ ਬਾਰੇ ਕਹਿੰਦੇ ਨੇ ਵੀ 1 ਤੋਂ ਲੈ ਕੇ 15 ਸਾਲਾਂ ਦਾ ਇੱਕ ਔਰਤ ਦੇ ਜੀਵਨ ਦੀ ਵਿਥਿਆ ਤੁਸੀਂ ਆਪਣੀ ਕਿਤਾਬ 'ਚ ਲਿਖ ਦਿੱਤੀ ਆ ਘਨੇੜੀ ਚੜ੍ਹੇ ਵਰਿਆਂ ਦੇ ਵਿੱਚ। ਤੇ 15 ਤੋਂ 35 ਸਾਲ ਤੱਕ ਬਚਨਤ ਕੌਰ ਪਗਡੰਡੀਆਂ ਲਿਖਦੀ ਆ। ਕੌਣ ਆ ਉਹ ਸ਼ਾਇਰਾ, ਕੌਣ ਆ ਉਹ ਲੇਖਕਾ ਜਿਹੜੇ ਸਾਡੇ ਅੱਜ ਵਿਹੜੇ ਆਏ ਨੇ, ਜਿਨ੍ਹਾਂ ਦੇ ਕਈ ਨਾਮ ਨੇ? ਉਹਨਾਂ ਦਾ ਸਵਾਗਤ ਕਰਦੇ ਆ। ਉਹਨਾਂ ਨੂੰ ਕਹਿੰਦੇ ਆ ਰਾਜਿੰਦਰ ਕੌਰ, ਰਜੀਆ, ਰੱਜੋ, ਤੇ ਹੋਰ ਵੀ ਬੜੇ ਨਿੱਕੇ ਨਿੱਕੇ ਨਾਮ ਜਿਹੜੇ ਘਰ ਦੇ ਪਿਆਰ ਦੇ ਲਾਡਦੇ ਨੇ, ਉਹ ਵੀ ਜ਼ਿਕਰ ਕਰਾਂਗੇ। ਪਹਿਲਾਂ ਉਹਨਾਂ ਦਾ ਸਵਾਗਤ ਕਰਨ ਦੀ ਕਹਿ ਲਓ ਵੀ ਖੁਸ਼ੀ ਹਾਸਲ ਕਰ ਲਈਏ, ਪ੍ਰਾਪਤ ਕਰ ਲਈਏ। ਬਹੁਤ ਬਹੁਤ ਸਵਾਗਤ ਮੈਮ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਡੇ ਵਿਹੜੇ ਆਏ ਹੋ, ਮੈਨੂੰ ਬੜੀ ਖੁਸ਼ੀ ਹੋ ਰਹੀ। ਆਪਣੀਆਂ ਗੱਲਾਂ ਪਹਿਲਾਂ ਵੀ ਬੜੀਆਂ ਹੋ ਗਈਆਂ। ਹੁਣ ਉਹਨਾਂ ਦੀਆਂ ਕਿਤਾਬਾਂ ਜਿਵੇਂ ਮੈਮ ਬਾਰੇ ਦੱਸਾਂ, ਹੁਣ ਬੈਠੇ ਨੇ ਸਾਹਮਣੇ, ਮੈਂ ਸਾਹਮਣੇ ਬੈਠ ਕੇ ਤੁਹਾਨੂੰ ਦੱਸਣਾ ਤੁਹਾਡੇ ਬਾਰੇ। ਮੈਮ ਦੀ ਕਿਤਾਬ 1990 'ਚ ਆਉਂਦੀ ਆ, ਸ਼ਬਦਾਂ ਦਾ ਕਟਹਿਰਾ। ਫਿਰ ਉਸ ਤੋਂ ਬਾਅਦ 95 'ਚ ਮਾਰਫਤ ਤੇਰੇ, ਫਿਰ ਕਬਰੇ ਮਿਲੋਗੇ, ਕਦਮ ਬੋਸੀ, ਕੁਝ ਸੁਸਤ ਕਦਮ ਰਾਹਾਂ, ਕੁਝ ਸੁਸਤ ਕਦਮ ਰਸਤੇ, ਕੁਝ ਤੇਜ਼ ਕਦਮ ਰਾਹਾਂ, ਚਿੱਤ ਪੱਤਰੀ ਹੁਣ ਆ ਰਹੀ ਆ। ਤੇ ਇਨ ਬਿਟਵੀਨ ਕੁਨਮੁਨ, ਨਾਨੀ ਤੇ ਕਲੋਲਾਂ 2017 'ਚ ਆਈ ਸੀ, ਤੇ 2002 'ਚ ਆਈ ਸੀ ਘਨੇੜੀ ਚੜ੍ਹੇ ਵਰੇ। ਇਹ ਸਾਹਿਤਿਕ ਕਹਿ ਲਓ ਉਹਨਾਂ ਦੀਆਂ ਕਿਰਤਾਂ ਨੇ ਜਿਹੜੀਆਂ ਤੁਸੀਂ ਇਸ ਟਾਈਮ ਵੇਖ ਰਹੇ ਹੋ। ਸੋ ਇਹ ਮੈਂ ਤੁਹਾਨੂੰ ਦੱਸਦਾ। ਤੇ ਉਹਨਾਂ ਬਾਰੇ ਜੇ ਮੈਂ ਕਹਾਂ ਤਾਂ ਉਹਨਾਂ ਨੂੰ 2 ਸਟੇਟ ਅਵਾਰਡ, ਨੈਸ਼ਨਲ ਅਵਾਰਡ, ਬੈਸਟ ਟੀਚਰ ਦਾ ਅਵਾਰਡ, ਕਈ ਪ੍ਰਾਪਤੀਆਂ ਨੇ ਉਹਨਾਂ ਦੇ ਨਾਮ। ਮੈਮ ਇਹ ਮੈਂ ਤੁਹਾਡੇ ਬਾਰੇ ਦੱਸਤਾ, ਤੁਹਾਡੀ ਸਾਹਿਤਕ ਪ੍ਰਾਪਤੀਆਂ, ਤੁਹਾਡੀ ਜ਼ਿੰਦਗੀ ਜੀਵਨ ਦੇ ਬਾਰੇ, ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਇੰਨਾ ਲੰਬਾ ਸਮਾਂ। ਸ਼ੁਕਰੀਆ। ਤੇ ਇਹ ਮੈਂ ਦੱਸਤਾ ਵੀ ਰਜਿੰਦਰ ਕੌਰ ਕੌਣ ਆ। ਮੇਰਾ ਉਹੀ ਸਵਾਲ ਪਹਿਲਾ ਤੁਹਾਡੇ ਮੂੰਹੋਂ ਜਾਣਨਾ ਮੈਂ, ਜੇ ਤੁਸੀਂ ਪਿੱਛੇ ਝਾਤ ਮਾਰਦੇ ਹੋ ਅੱਜ ਉਮਰ ਦੇ ਇਸ ਘੜੀ ਬੈਠੇ ਹੋਏ ਹੋ ਜਿੱਥੇ, ਤਾਂ ਕੀ ਨਜ਼ਰ ਆਉਂਦਾ? ਫੀਲ ਕਰਕੇ, ਮਹਿਸੂਸ ਕਰਕੇ ਦੱਸਿਓ ਆਪਣੀ ਜ਼ੁਬਾਨੀ।
ਰਜਿੰਦਰ ਕੌਰ ਕੌਣ ਆ? ਅਦਬ ਜੀ, ਰਜਿੰਦਰ ਇੱਕ ਆਪਣੇ ਮਾਂ-ਬਾਪਾਂ ਦੀ ਪਿਆਰੀ ਬੱਚੀ ਹੈ। ਉਹਨਾਂ ਜ਼ਮਾਨਿਆਂ ਦੀ ਗੱਲ ਕਰਦੀਆਂ ਜਦੋਂ ਲੜਕੀਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੀਗਾ। ਤੇ ਜਦੋਂ ਮੇਰੀ ਪੈਦਾਇਸ਼ ਹੋਈ ਹੈ, ਮੇਰੇ ਨਾਨਕੇ ਪਿੰਡ ਵਿੱਚ ਰੋਪੜ ਦੇ ਨਾਲ ਸੁਖਰਾਮਪੁਰ ਟੱਪਰੀਆਂ, ਉੱਥੇ ਮੇਰੀ ਪੈਦਾਇਸ਼ ਹੋਈ ਹੈ। ਤੇ ਮੇਰੇ ਪਾਪਾ ਜੀ ਲਾਹੌਰ ਤੋਂ ਆਏ ਔਰ ਮੇਰੀ ਨਾਨੀ ਨੂੰ ਕਹਿ ਕੇ ਪਿੰਡ 'ਚ ਸ਼ੱਕਰ ਵੰਡੀ ਉਹਨਾਂ ਨੇ ਜਦੋਂ ਮੈਂ ਹੋਈ ਕਿ ਮੇਰੇ ਬੇਟੀ ਹੋਈ ਹੈ। ਉਸ ਤੋਂ ਬਾਅਦ ਮੇਰੀ ਛੋਟੀ ਸਿਸਟਰ ਹੈ, ਫਿਰ ਮੇਰੇ 4 ਬ੍ਰਦਰ ਹੈ। ਪਰ ਮੇਰੀ ਸ਼ਾਦੀ ਬਹੁਤ ਅਰਲੀ ਹੋ ਗਈ ਸੀਗੀ, 17.5 ਸਾਲ ਦੀ ਉਮਰ 'ਚ। ਤੇ ਮੇਰੀਆਂ ਬੇਟੀਆਂ ਨੇ, 4 ਬੇਟੀਆਂ, 1 ਬੇਟਾ। ਮੈਂ ਉਹਨਾਂ ਦੀ ਪਿਆਰੀ ਮਾਂ ਵੀ ਹੈਗੀ ਆ, ਬਹੁਤ ਪਿਆਰ ਕਰਦੇ ਨੇ। ਉਹ ਬੇਟੀ ਮੇਰੀ ਅੱਜ ਮੈਨੂੰ ਕਹਿ ਰਹੀ ਹੈ, ਜੇ ਮੈਂ ਉਹਨੂੰ ਇਹ ਗੱਲ ਕਹਾਂ, ਮੈਂ ਕਿਹਾ ਮੇਰੀ ਤਾਂ ਉਮਰ ਬਹੁਤ ਵੱਡੀ ਹੋ ਗਈ, ਹੁਣ ਮੇਰੇ ਤੋਂ ਆਹ ਕੰਮ ਨਹੀਂ ਹੋਣੇ। ਤੇ ਮੈਨੂੰ ਕਹਿੰਦੇ, ਨਹੀਂ ਮੰਮਾ, ਤੁਸੀਂ ਸਾਡੀ ਮਾਂ ਦੁਰਗਾ ਹੋ, ਅਸੀਂ 10 ਬਾਹਾਂ ਹੈ ਤੁਹਾਡੇ ਪਿੱਛੇ। ਤੇ ਅਸੀਂ ਅਸੀਂ ਕਹਿੰਦੇ, ਤੁਸੀਂ ਕਿਉਂ ਕਹਿ ਰਹੇ ਹੋ ਕਿ ਮੇਰੀ ਐਡੀ ਉਮਰ ਹੋ ਗਈ ਹੈ? ਅਸੀਂ ਤੇ ਕਹਿੰਦੀ ਮੈਂ ਆਪਣੇ ਬੱਚਿਆਂ ਦੇ ਖੰਭਾਂ ਤੇ ਉੱਡਦੀ ਹਾਂ। ਤੇ ਮੇਰੇ ਭੈਣ ਭਰਾ ਮੈਨੂੰ ਬਹੁਤ ਪਿਆਰ ਕਰਦੇ ਨੇ, ਭਾਬੀਆਂ, ਰਿਸ਼ਤੇ ਨਾਤੇ ਔਰ ਦੋਸਤ ਮਿੱਤਰਾਂ ਦਾ ਤਾਂ ਅੰਤ ਹੀ ਕੁਛ ਨਹੀਂ ਹੈਗਾ। ਬਿਲਕੁਲ। ਅੱਛਾ, ਮੈਂ ਸਟਾਰਟਿੰਗ 'ਚ ਹੀ ਪੁੱਛ ਲੈਣਾ, ਜਿਹੜੀ ਇੱਕ ਕਿਰਤਾ, ਜਿਹੜੀ ਪ੍ਰਾਪਤੀ ਹੈ ਤੁਹਾਡੀ, ਜਿਹਦੇ ਕਰਕੇ ਤੁਸੀਂ ਜਾਣੇ ਜਾਂਦੇ ਹੋ, ਘਨੇੜੀ ਚੜੇ ਵਰੇ, ਇਹ ਕਿਹੜੇ ਬੜੇ ਵਰੇ ਆ ਜਿਹੜੇ ਤੁਹਾਡੇ ਘਨੇੜੀ ਚੜੇ ਤੇ ਉਹ ਮਤਲਬ ਵੀ ਇਹ ਕਿਤਾਬ ਦੇ ਰੂਪ 'ਚ ਤਾਰਤੇ ਕਿ ਹਲੇ ਵੀ ਚੜੇ ਹੋਏ ਆ? ਮੈਂ ਬਹੁਤ ਇਹਨੂੰ ਜਦੋਂ ਮੈਂ ਲਿਖਣ ਲੱਗੀ, ਮੇਰੇ ਬਚਪਨ ਇੰਨਾ ਕੁ ਰਿਚ ਬਚਪਨ ਰਿਹਾ ਆ। ਦਾਦਕੇ ਪਿੰਡ ਵਿੱਚ ਵੀ ਅਸੀਂ ਸ਼ਿਮਲੇ ਵੀ ਰਹੇ ਹਾਂ, ਲਾਹੌਰ ਵੀ ਰਹੇ ਹਾਂ, ਨਾਨਕਿਆਂ 'ਚ ਵੀ ਮੈਂ ਬਹੁਤ ਲਾਡਲੀ ਸੀਗੀ। ਜੀ ਕਰਨਾ ਸ਼ਿਮਲੇ ਚਲ ਜਾਣਾ, ਨਹੀਂ ਤੇ ਰਹਿ ਜਾਣਾ, ਕਿਉਂਕਿ ਮੈਂ ਹੀ ਘਰ 'ਚ ਵੱਡੀ ਸੀ ਬੱਚਾ ਉਹਨਾਂ 'ਚ। ਤੇ ਉਹ ਮੇਰੇ ਦਿਮਾਗ 'ਚ ਇੰਨੀਆਂ ਯਾਦਾਂ ਸੀ, ਮੈਂ ਸੋਚਾਂ, ਉਹ ਰੋਜ਼ ਮੈਨੂੰ ਸੁਪਨੇ ਵੀ ਆਣੇ, ਯਾਦਾਂ ਵੀ। ਮੈਂ ਸੋਚਾਂ ਇਹਨਾਂ ਨੂੰ ਲਿਖਦੀਆਂ ਤੇ ਤਾਂ ਕੁਛ ਹੋਏਗਾ। ਅੱਛਾ, ਮੈਂ ਜ਼ਿਆਦਾ ਪੋਇਟਰੀ ਲਿਖਦੀ ਸੀ, ਨਜ਼ਮਾਂ, ਤੇ ਮੈਂ ਉਹਨੂੰ ਥੋੜ੍ਹੇ ਜਿਹੇ ਨਜ਼ਮਾਂ ਲਿਖੀਆਂ। ਫਿਰ ਮੈਂ ਜਦੋਂ ਨਜ਼ਮਾਂ ਲਿਖੀਆਂ, ਉਹ ਤੇ ਇੰਨਾ ਖਲੇਰਾ ਸੀਗਾ, ਮੈਂ ਕਿਹਾ ਤੇ ਨਜ਼ਮਾਂ ਆ ਹੀ ਨਹੀਂ ਸਕਦਾ। ਕੁਛ ਨਜ਼ਮਾਂ ਲਿਖੀਆਂ ਨੇ ਤੇ ਉਸ ਤੋਂ ਬਾਅਦ ਫਿਰ ਮੈਂ ਉਹਨੂੰ ਪਰੋਸ ਕੀਤਾ। ਪਰ ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਇੰਨਾ ਕੁਛ ਲਿਖੇ, ਮੈਂ ਉਹ ਵੇਲੇ ਦੀਆਂ ਧੁੱਪਾਂ, ਉਹ ਵੇਲੇ ਦੀਆਂ ਛਾਵਾਂ, ਉਹ ਵੇਲੇ ਪਿੰਡ ਦੇ ਮਾਹੌਲ, ਮੈਨੂੰ ਲੱਗੇ ਕਿ ਅਜੇ ਤਾਂ ਮੈਂ ਇੱਕ ਇਹ ਡੰਮੀ ਤਿਆਰ ਕੀਤੀ ਹੈ, ਇਹ ਮੈਂ ਅਜੇ ਪੂਰੀ ਉਹ ਚੀਜ਼ ਦੇ ਨਹੀਂ ਸਕੀ ਜੋ ਮੈਂ ਚਾਹੁੰਦੀ ਸੀ। ਜਿਹੜੀ ਪਿਲਕਣ ਦੇ ਥੱਲੇ ਖੜ ਕੇ ਤੁਸੀਂ ਚਿੜੀਆਂ ਦੀ ਚੀਂ ਚੀਂ, ਕਾਵਾਂ ਦੀ ਕਾਂ ਕਾਂ, ਹੋਰ ਪੰਛੀਆਂ ਨੂੰ ਵੇਖਿਆ, ਮੈਂ ਸੱਚ ਜਾਣਿਓ ਜਦੋਂ ਕਿਤਾਬ ਪੜ੍ਹੀ ਤਾਂ ਮੈਨੂੰ ਵੀ ਲੱਗਿਆ ਮੈਂ ਪਿਲਕਣ ਦੇ ਹੇਠਾਂ ਹੀ ਖੜਾ ਤੁਹਾਡੇ ਨਾਲ। ਬਹੁਤ ਪਿਆਰੀਆਂ ਯਾਦਾਂ ਨੇ ਪਿਲਕਣ ਦੀਆਂ। ਉਹ ਸਾਡੇ ਪਿੰਡ ਦੇ ਸੈਂਟਰ 'ਚ ਹੈਗੀ ਹੈ ਪਿਲਕਣ, ਤੇ ਆਮ ਕਰਕੇ ਉੱਥੇ ਅਸੀਂ ਸਾਉਣ ਦੇ ਮਹੀਨੇ ਝੂਟੇ ਵੀ ਝੂਟਣੇ, ਤੇ ਨਾਲ ਹੀ ਸਾਡੇ ਤਾਏ ਦਾ ਘਰ ਸੀ। ਸ਼ਾਮ ਨੂੰ ਉੱਥੇ ਉਹ ਪਿਲਕਣ ਤੇ ਇੱਕ ਰਾਮ ਰਾਜ ਸੀਗਾ ਜਾਨਵਰਾਂ ਦਾ। ਕਿਹੜਾ ਪੰਛੀ ਸੀ ਜਿਹੜਾ ਉਹਨਾਂ ਪਿਲਕਣ ਤੇ ਨਹੀਂ ਸੀ ਹੁੰਦਾ? ਚਾਮ ਚਿੜੀਕਾਂ ਤੋਂ ਲੈ ਕੇ ਮੋਰ ਵੀ, ਇੱਲਾਂ ਵੀ, ਤੋਤੇ ਵੀ, ਗੁਟਾਰਾਂ ਵੀ, ਚਿੜੀਆਂ ਵੀ। ਅੱਛਾ, ਉਸ ਪਿਲਕਣ ਦੇ ਦੁਆਲੇ ਥੜਾ ਬਣਿਆ ਹੁੰਦਾ ਸੀਗਾ, ਜਿੱਥੇ ਥੜੇ ਦੇ ਨਾਲ ਵਿੱਚੋਂ ਕੱਚਾ, ਲੇਕਿਨ ਉਹ ਬੰਨੀ ਉਹਨਾਂ ਨੇ ਥੋੜ੍ਹੀ ਸਿਮਟਡ ਕੀਤੀ ਹੁੰਦੀ ਸੀਗੀ, ਜਿਹਦੇ ਤੇ ਅਸੀਂ ਉਸ ਵੇਲੇ ਕੀ ਹੁੰਦਾ ਸੀ, ਫੱਟਾ ਰੱਖਿਆ, ਥੱਲੇ ਸਰੀਆ ਰੱਖਿਆ, ਉਹਨੂੰ ਜ਼ੈਡ ਐਂਗਲ ਦਾ ਬਣਾ ਕੇ ਉਹਨੂੰ ਘੁਮਾਈ ਗਏ ਤੇ ਝੂਟੇ ਲੈਣੇ ਅਸੀਂ ਉਹਨਾਂ ਦੇ। ਤੇ ਉਹ ਪਿਲਕਣ ਗੁਰਦੁਆਰਾ ਸਾਹਿਬ ਦੇ ਨੇੜੇ ਸੀ। ਪਿੰਡਾਂ 'ਚ ਉਹਨਾਂ ਜ਼ਮਾਨਿਆਂ ਦੇ ਵਿੱਚ ਵਿਆਹ ਵੀ ਹੁੰਦੇ ਸੀ ਤੇ 2-2 3-3 ਦਿਨ ਬਰਾਤਾਂ ਰਹਿੰਦੀਆਂ ਸੀ। ਕਿਹੜੇ ਸੰਨ ਦੀ ਗੱਲ ਆ ਇਹ? ਮੈਨੂੰ ਯਾਦ ਹੈ 53 'ਚ ਮੈਂ ਚੰਡੀਗੜ੍ਹ ਆ ਗਈ। ਇਹ 50 ਤੋਂ ਲੈ ਕੇ 51 52 ਮਤਲਬ 50 51 52 ਸਾਲ ਦੀ ਗੱਲ ਹੈਗੀ ਹੈ। ਉਸ ਵੇਲੇ ਦੀਆਂ ਗੱਲਾਂ ਕਰਦੀਆਂ। ਔਰ ਉੱਥੇ ਵਿਹਲੀਆਂ ਜਨਾਨੀਆਂ ਨੇ, ਬੁੜੀਆਂ ਨੇ ਆ ਕੇ ਮੰਜੀਆਂ ਲੈ ਕੇ, ਨਿਆਣੇ ਲੈ ਕੇ, ਛੁੰਛਣੇ ਲੈ ਕੇ ਆ ਜਾਣਾ, ਦੁਪਹਿਰਾ ਕੱਟਣਾ ਆ ਜਾਣਾ। ਆਦਮੀਆਂ ਨੇ ਬਰਾਤਾਂ ਜਦੋਂ 3-3 ਰਹਿੰਦੀਆਂ ਸੀ, ਉੱਥੇ ਮੰਜੇ ਢਾ ਕੇ ਬਰਾਤੀ ਪਏ ਰਹਿੰਦੇ ਹੁੰਦੇ ਸੀ। ਕਈ ਦਿਨੇ ਅਲਗੋਜੇ ਵੱਜ ਰਹੇ ਨੇ ਉੱਥੇ, ਉਹਨਾਂ ਦੇ ਉਹ ਬੈਂਡ ਬਾਜੇ ਵੱਜ ਰਹੇ, ਗਾਉਣ ਵਾਲੇ ਆ ਰਹੇ। ਮੈਂ ਉੱਥੇ ਉਸ ਜ਼ਮਾਨੇ 'ਚ ਗਾਉਣ ਵਾਲੇ ਵੀ ਸੁਣੇ। ਰਾਤਾਂ ਨੂੰ ਆ ਕੇ ਉੱਥੇ ਜਦੋਂ ਗਾਉਣ ਲੱਗਦੇ ਹੁੰਦੇ ਸੀ ਨਾ, ਤਾਂ ਜਨਾਨੀਆਂ ਨੇ ਸਾਰੇ ਬਨੇਰੇ ਮੰਨ ਲੈਣੇ, ਆਦਮੀਆਂ ਨੇ ਥੱਲੇ ਬਹਿ ਜਾਣਾ। ਇਹ ਉਹ ਜ਼ਮਾਨਾ ਸੀਗਾ। ਇਹ ਉਹ ਜ਼ਮਾਨਾ ਵੀ ਸੀ ਜਦੋਂ ਕਹਿ ਲਓ ਵੀ ਘਰਾਂ ਦੀਆਂ ਸੁਹਾਨੀਆਂ ਘੁੰਡ ਕੱਢਦੀਆਂ ਸੀਗੀਆਂ। ਇਹਨਾਂ ਦੀ ਜਿਹੜੀ ਕਿਤਾਬ ਆ, ਮੈਂ ਤੁਹਾਨੂੰ ਦੱਸ ਦੇਵਾਂ, ਘਨੇੜੀ ਚੜੇ ਵਰੇ, ਕਿਉਂਕਿ ਇਦਾਂ ਗੱਲਾਂ ਨਾ, ਇਹ ਤੁਸੀਂ ਕਿਤਾਬ ਪੜ੍ਹ ਸਕਦੇ ਹੋ, ਘਨੇੜੀ ਚੜੇ ਵਰੇ। ਇਹ ਕਿਤਾਬ
ਮੈਮ ਦੇ ਬਚਪਨ ਦੀ ਆ 1 ਤੋਂ 15 ਸਾਲ ਦੀ ਉਮਰ ਤੱਕ ਜਿਹੜੀ ਵਿਥਿਆ ਸੀਗੀ, ਉਦੋਂ ਕਿੱਦਾਂ ਦਾ ਪਿੰਡਾਂ ਦਾ ਮਾਹੌਲ ਹੁੰਦਾ ਸੀ, ਕਿਹੜੀਆਂ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਸੀ, ਕਿਹੜੇ ਰਿਸ਼ਤੇ ਸੀ, ਕੀ ਸੀ, ਹੈ ਨਾ, ਉਹ ਸਾਰਾ ਕੁਝ ਇਹਦੇ ਵਿੱਚ ਕੈਦ ਆ। ਇੱਕ ਪੰਜਾਬ ਦਾ ਉਹ ਔਰਾ ਜਿਹੜਾ ਅੱਜ ਤੋਂ ਨਾ ਕਰਦੇ ਮੈਮ 70 ਸਾਲ ਪਹਿਲਾਂ ਦੀ ਗੱਲ ਹੋਏਗੀ। ਹਾਂਜੀ, ਤੁਸੀਂ ਦੇਖ ਲਓ 22 ਨੇ, ਇਸ ਤੋਂ ਵੀ ਪਹਿਲੇ ਹੀ ਲਗਾ ਲਓ। ਹਾਂ 22-23 ਸਾਲ ਤੇ ਇਹ ਹੋ ਗਏ ਨੇ। ਬਾਕੀ ਵਿੱਚ 50 70-72 ਸਾਲ ਪਹਿਲਾਂ ਦੀ ਇਹ ਸਾਰੀ ਕਿਤਾਬਾਂ ਜ਼ਰੂਰ ਪੜ੍ਹਿਓ ਤੁਸੀਂ, ਹੈ ਨਾ। ਅੱਛਾ ਮੈਮ, ਇਸ ਕਿਤਾਬ ਦੇ ਵਿੱਚ ਹੀ ਲਿਖਿਆ ਤੁਸੀਂ ਵੀ ਜਦੋਂ ਨਾਨਾ ਜੀ ਨੂੰ ਬਾਈ ਕਹਿੰਦੇ ਸੀ ਤੁਸੀਂ, ਤੇ ਕਹਿੰਦੇ ਜਦੋਂ ਆਉਂਦੇ ਸੀ ਨਾਨਾ ਜੀ ਤਾਂ ਫਿਰ ਸਾਰੀਆਂ ਕੁਝ ਨੂੰ ਚੁੰਨੀ ਭਾਲ ਘੁੰਡ ਕੱਢ ਆ ਗਏ, ਬਾਈ ਜੀ ਆ ਗਏ, ਤੁਸੀਂ ਮਾਮੀਆਂ ਨੂੰ ਮੈਂ ਸੁਣਿਆ ਬੜਾ ਸਤਾਇਆ। ਮੇਰੇ ਨਾਨਾ ਜੀ ਜਿਹੜੇ ਸੀ ਨਾ, ਉਹ ਪਿੰਡ 'ਚ ਮੰਨੀ ਹੋਈ ਪਰਸਨੈਲਿਟੀ ਸੀਗੇ। ਸਾਡੇ ਘਰ 'ਚ ਬਾਬਾ ਜੀ ਦੀ ਬੀੜ ਹੁੰਦੀ ਸੀ, ਉਹਨਾਂ ਦਾ ਕੰਮ ਭੱਠਾ ਸਾਹਿਬ ਜਾਣਾ ਆਣਾ, ਗੁਰੂ ਗ੍ਰੰਥ ਸਾਹਿਬ ਦੀ ਬੀੜ, ਤੇ ਮੇਰਾ ਬਚਪਨ ਉੱਥੇ ਰਿਹਾ। ਤੇ ਉਹ ਮਾਮੀਆਂ ਜਿਹੜੇ ਸੀਗੇ ਰਿਸਪੈਕਟ ਬਹੁਤ ਕਰਦੇ ਸੀਗੇ ਦਾਦਾ ਨਾਨਾ ਜੀ ਦਾ। ਉੱਪਰ ਜਿਹੜਾ ਮੈਂ ਨਾਨਾ ਜੀ ਬਾਰੇ ਮਾੜੀ ਜੀ ਗੱਲ ਕਰਾਂਗੀ, ਉਹਨਾਂ ਦਾ ਖਾਣਾ ਅੱਡ ਬਣਦਾ ਸੀ। ਬਾਕੀਆਂ ਦੇ ਗੁੜ ਦੀ ਦਸੌਰੀ ਘੀ 'ਚ ਬਣਨਾ, ਗੁੜ ਦੀ ਚਾਹ ਬਣਨੀ, ਨਾਨਾ ਜੀ ਦੀ ਚੀਨੀ ਦੀ ਚਾਹ, ਦੇਸੀ ਘੀ ਦੀ ਸਬਜ਼ੀ, ਘੱਟ ਮਿਰਚਾਂ ਵਾਲੀ ਹੋਣੀ, ਬਚ ਜਾਣੀ ਸਾਨੂੰ ਮਿਲ ਜਾਣੀ, ਹੈ ਨਾ। ਤੇ ਜੇ ਮੰਜਾ ਉਹਨਾਂ ਦਾ ਨਵਾਰੀ ਹੁੰਦਾ ਸੀ ਅਲੱਗ, ਉਹਦੇ ਤੇ ਬੱਚਿਆਂ ਨੂੰ ਬੈਠਣ ਦਾ ਹੁਕਮ ਨਹੀਂ ਸੀ ਹੁੰਦਾ। ਤੇ ਉਹਨਾਂ ਦੀਆਂ ਖੜਾਵਾਂ ਪਊਏ ਅਲੱਗ ਹੁੰਦੇ ਸੀ, ਅੰਗੂਠੇ ਵਾਲੇ ਵੀ ਦੂਜੇ ਵੀ, ਉਹ ਜਿਹੜੇ ਉੱਤੇ ਬਹੁਤ ਪਰਸਨੈਲਿਟੀ ਸੀ ਉਹਨਾਂ ਦੀ। ਔਰ ਉਹ ਗੁਸੈਲ ਵੀ ਬਹੁਤ ਸੀਗੇ, ਔਰ ਜੇ ਪਿਆਰ ਕਰਦੇ ਤਾਂ ਰੱਜ ਕੇ, ਜੇ ਗੁਸੈਲ ਹੈਗੇ ਆ ਉਹਨਾਂ ਦਾ ਤੁਹਾਨੂੰ ਇਹ ਨਹੀਂ ਸੀ ਸਮਝ ਆਉਂਦਾ ਵੀ ਹੁਣ ਇਹ ਅੰਦਰੋਂ ਨਰਮ ਨੇ ਕਿ ਬਾਹਰੋਂ ਸਖਤ ਹੈ, ਕਿ ਬਾਹਰੋਂ ਨਰਮ ਹੈ ਕਿ ਅੰਦਰੋਂ ਸਖਤ ਹੈ। ਤੇ ਹਾਂ, ਤੇ ਮੈਂ ਬਹੁਤ ਬਚਪਨ 'ਚ ਮੈਂ ਇੰਨੀਆਂ, ਮੈਨੂੰ ਜਦੋਂ ਬਾਈ ਜੀ ਨੇ ਨਾ, ਬਾਈ ਜੀ ਸਾਡੇ ਅਸਲ 'ਚ ਨਹਿਰ 'ਚ, ਅਸੀਂ ਨਾਨਾ ਜੀ ਨੂੰ ਬਾਈ ਜੀ ਕਹਿੰਦੇ ਸੀ, ਉਹ ਜਿਹੜੀ ਆ ਨਹਿਰ ਜਾਂਦੀ ਨਾ ਸਰਹੰਦ ਨਹਿਰ, ਇਹਦੇ ਤੇ ਨਹਾਉਣ ਜਾਇਆ ਕਰਦੇ ਸੀ। ਉਹਨਾਂ ਨੇ ਆਪਣੀ ਗੜਬੀ ਲੈਣੀ, ਉਹਦੇ ਨਹਿਰ ਦੇ ਪਾਣੀ ਨਾਲ ਨਹੀਂ, ਉਹਦੇ ਉੱਥੇ ਚਸ਼ਮੇ ਨਿਕਲਦੇ ਸੀ, ਉਸ ਪਾਣੀ ਨਾਲ ਨਹਾ ਕੇ ਆਉਂਦੇ ਸੀ। ਜਦੋਂ ਸ਼ਾਮ ਨੂੰ ਆਉਣਾ ਨਾ, ਮਾਮੀ ਜੀ ਹੋਰਾਂ ਨੇ ਉੱਥੇ ਕਿਚਨ ਕੁਚਨ 'ਚ ਲੱਗੇ ਹੋਣੇ ਨਾ, ਤੇ ਮੈਂ ਮਾਮੀ ਜੀ ਹੋਰਾਂ ਦਾ ਡਰ ਦੇਖਣਾ ਹੁੰਦਾ ਸੀ। ਮੈਂ ਭੱਜ ਕੇ ਆ ਕੇ ਕਹਿ ਦੇਣਾ ਬਾਈ ਆ ਗਿਆ, ਤੇ ਨਾਨੀ ਜੀ ਉਹਨਾਂ ਕੋਈ ਘੁੰਡ ਕੱਢਦੀ ਨੇ, ਕੋਈ ਚੁੰਨੀ ਸਵਾਰਦੀ ਨੇ, ਕਿਸੇ ਨੇ ਅੰਦਰ ਵੜ ਜਾਣਾ, ਕਿਸੇ ਨੇ ਕਿਚਨ 'ਚ। ਜਦ ਬਾਈ ਨੇ ਹੌਲੀ ਹੌਲੀ ਪੌੜੀਆਂ ਚੜ੍ਹ ਜਾਣਾ ਉੱਪਰ, ਫਿਰ ਉਹਨਾਂ ਨੇ ਨਿਕਲ ਕੇ ਬਾਹਰ ਕੰਮ ਕਰਨੇ ਆਪਣੇ। ਜੀ, ਇੱਕ ਅਦਬ ਸੀ, ਇੱਕ ਰਿਸਪੈਕਟ ਸੀ ਵੱਡਿਆਂ ਦੀ, ਹੈ ਨਾ, ਬਹੁਤ ਜ਼ਿਆਦਾ। ਹਾਂਜੀ, ਤੁਸੀਂ ਉਹਨਾਂ ਸੌਰੀ ਹਾਂ ਨਹੀਂ ਉਹਨਾਂ ਦੀ ਕਿੰਨੀ ਕੀ ਜੀ ਗੱਲ ਸੁਭਾਅ ਦੀ ਦੱਸਾਂ। ਮਾਸੀ ਦਾ ਵਿਆਹ ਸੀ, ਸਾਡੇ ਚਾਚਾ ਜੀ ਨਾਲ ਸੀ, ਤੇ ਬਰਾਤ ਪਾਪਾ ਜੀ ਨੂੰ ਕਹਿਣ ਲੱਗੇ 4-5 ਵਜੇ ਤੱਕ ਪਹੁੰਚ ਜਾਣੀ ਚਾਹੀਦੀ। ਬਰਾਤ ਜਾਣੀ ਸੀ ਜਟਾਣੇ ਤੋਂ, ਚਮਕੌਰ ਸਾਹਿਬ ਤੋਂ, ਗੱਡੀਆਂ ਰਥਾਂ ਤੇ ਉੱਥੇ, ਤੇ ਬਰਾਤ ਥੋੜੀ ਲੇਟ ਹੋ ਗਈ। ਤੇ ਜਦੋਂ ਡੇਰੇ 'ਚ ਗਏ, ਉਹਨਾਂ ਨੂੰ ਚਾਹ ਪਾਣੀ ਤੋਂ ਬਾਅਦ ਬਰਾਤੀਆਂ ਨੂੰ ਕੋਈ ਕੁਝ ਪੁੱਛੇ ਨਾ, ਤੇ ਮੇਰੇ ਪਾਪਾ ਜੀ ਘਰ ਆਏ, ਵਿਚੋਲੇ ਵੀ ਉਹੀ ਸੀ। ਕਹਿੰਦੇ ਕੀ ਗੱਲ ਹੈ, ਡੇਰੇ 'ਚ ਸਮਾਨ ਨਹੀਂ ਆਇਆ? ਤੇ ਮੇਰੇ ਮਾਮਾ ਜੀ ਕਹਿੰਦੇ ਉਹ ਦੇਖ ਦਰਵਾਜ਼ੇ ਨੂੰ, ਕਹਿੰਦੇ ਤਾਲਾ ਲਾ ਕੇ ਬਾਈ ਰੋਪੜ ਨੂੰ ਚਲਾ ਗਿਆ। ਆਖੇ ਕਿਉਂ? ਕਹਿੰਦੇ ਜਨ ਲੇਟ ਕਿਉਂ ਆਈ ਹੈ? ਕਹਿੰਦੇ ਫੇਰ, ਕਹਿੰਦੇ ਹੁਣ ਕੀ ਹੈ? ਹੁਣ ਤਾਂ ਫਿਰ ਉਹਨੇ ਕਿਸੇ ਦੇ ਨਹੀਂ ਮੰਨਣਾ, ਤੇਰਾ ਕਹੇ ਮੰਨਣਾ। ਪਿੰਡ ਵਿੱਚੋਂ ਕਿਸੇ ਦਾ ਸਾਈਕਲ ਮੰਗ, ਉਹ ਰੋਪੜ ਨੂੰ ਜਾਂਦੇ ਹੋਣੇ, ਅੱਧੇ ਰਸਤੇ ਤੋਂ ਘੇਰ ਕੇ ਪਾਪਾ ਜੀ ਹੱਥ ਜੋੜ ਕੇ ਸਾਈਕਲ ਤੇ ਲਿਆਏ, ਤਾਂ ਮਠਿਆਈ ਦਾ ਕਮਰਾ ਖੁੱਲਿਆ, ਤਾਂ ਬਰਾਤ ਨੂੰ ਜਾ ਕੇ, ਵੀ ਬਰਾਤ ਲੇਟ ਕਾ ਤੋਂ ਆਈ ਹੈ, ਹਾਂ, ਤਾਂ ਬਰਾਤ ਨੂੰ ਚਾਹ ਪਾਣੀ ਮਿਲਿਆ ਜਾ ਕੇ। ਕੀ ਬਾਤ ਹੈ। ਅੱਛਾ, ਤੁਸੀਂ, ਮੈਂ ਸੁਣਿਆ ਬਚਪਨ ਦੇ ਵਿੱਚ ਇੱਕ ਛੋਟਾ ਜਿਹਾ ਹਾਦਸਾ ਵੀ ਹੋ ਗਿਆ ਸੀਗਾ। ਹਾਂਜੀ, ਕੀ ਹੋਇਆ ਸੀ? ਉਹ ਮੇਰੇ ਇਸ ਤਰ੍ਹਾਂ ਸੀਗਾ, ਮੈਂ ਜਦੋਂ ਪੈਦਾ ਹੀ ਨਾਨਕੇ ਘਰ ਹੋਈ, ਤੇ ਸਾਡਾ ਜਿਹੜਾ ਘਰ ਦਾ ਹੈਗਾ ਨਾਲ ਖੇਤ ਲੱਗਦੇ ਨੇ, ਪੌੜੀ ਚੜ੍ਹ ਕੇ ਉੱਪਰ ਨਾਨਾ ਜੀ ਦਾ, ਜਿੱਥੇ ਬਾਬਾ ਜੀ ਦਾ ਕਮਰਾ, ਇੱਕ ਚੁਬਾਰਾ ਬਾਈ ਦੇ ਸੀਗਾ, ਇੱਕ ਆਏ ਗਏ ਲਈ ਰੱਖਿਆ ਹੋਇਆ ਸੀ। ਬਾਈ ਦੇ ਚੁਬਾਰੇ ਦੇ ਨਾਲ ਮੰਜੀ ਖੜੀ ਕਰਕੇ, ਤੇ ਮੇਰੇ ਮੰਜੀ ਤੇ ਮੈਨੂੰ ਪਾਇਆ ਹੋਇਆ, ਤੇ ਪਾਵੇ ਥੱਲੇ ਸੀਗੇ, ਤੇ ਬੀਜੀ ਨਾ ਕੋਠੀ ਕਿਸੇ ਸਹੇਲੀ ਦਾ ਦਿਖਾਵਾ ਦੇਖਣ ਚਲੇ ਗਏ। ਤੇ ਜਦੋਂ ਦਿਖਾਵਾ ਕੀ ਹੁੰਦਾ? ਜਦੋਂ ਇਹ ਮਕਲਾਵਾ ਵਗੈਰਾ ਆਉਂਦੀਆਂ ਨਾ, ਇਹ ਵਿਆਹ 'ਚ ਹੈ, ਤੇ ਕੋਠੇ ਉਹ ਸੂਟ ਕੀ ਲਿਆਂਦੇ, ਉਹ ਚੀਜ਼ਾਂ ਦਿਖਾਉਂਦੇ ਨੇ। ਉਹ ਬੀਜੀ ਕੋਠੀ ਪੇਟੀ ਖੋਲਦੇ ਆ, ਹਾਂ ਪੇਟੀ ਖੋਲਦੇ, ਉਹ ਦੇਖਣ ਚਲੇ ਗਏ। ਇੰਨੇ ਨੂੰ ਕਿਤੇ ਹਨੇਰੀ ਤੂਫਾਨ ਆ ਗਿਆ। ਜਦੋਂ ਹਨੇਰੀ ਆਈ, ਇੱਕ ਹਨੇਰੀ ਐਨੀ ਤੇਜ਼, ਕਈ ਵਾਰੀ ਬੁੱਲੇ ਆ ਜਾਂਦੇ ਨੇ ਨਾ, ਉਹ ਮੰਜੀ ਉਲਟ ਕੇ ਖੇਤ ਵਿੱਚ ਡਿੱਗ ਗਈ, ਤੇ ਨਾਲ ਹੀ ਮੇਰੀ ਮੰਜੀ ਚਲੇ ਗਈ।
ਜਿਹਦੇ ਤੇ ਮੈਂ ਸੁੱਤੀ ਹੋਈ ਸੀਗੀ। ਧੜਾਮ ਦੀ ਆਵਾਜ਼ ਆਈ, ਨਾਨੀ ਥੱਲੇ ਸੀਗੀ। ਉਹਨੇ ਕਿਹਾ, ਕਹਿੰਦੇ ਪਤਾ ਨਹੀਂ ਕੀ ਹੋਇਆ। ਜਦੋਂ ਦੇਖਿਆ ਅੱਧੀ ਪੌੜੀ ਚੜ੍ਹ ਕੇ ਵੀ ਇੱਕ ਮੰਜੀ ਥੱਲੇ ਆ ਤੇ ਗੱਬੇ ਮੈਂ ਪਈਆਂ ਤੇ ਮੇਰੀ ਨਾਨੀ ਨੇ ਕੰਧ ਤੋਂ ਹੀ ਛਾਲ ਮਾਰਤੀ। ਉਹ ਮਰ ਗਈ ਨਿਆਣੀ ਕਹਿੰਦੇ। ਤੇ ਅੱਜ ਉਹ ਨਿਆਣੀ ਤੁਹਾਡੇ ਸਾਹਮਣੇ ਬੈਠੀ, ਨਿਆਣੀ ਅੱਜ ਐਡੀ ਸਿਆਣੀ ਬਣ ਕੇ ਸਾਡੇ ਸਾਹਮਣੇ ਬੈਠੀ ਆ। ਨਿਆਣੀ ਜਦੋਂ ਨਿਆਣਿਆਂ ਨਾਲ ਨਿਆਣੀ ਹੁੰਦੀ ਆ ਉਦੋਂ ਕੀ ਗੱਲਾਂ ਕਰਦੀ ਹੈ। ਜਿਹੜੀ ਕੁਨਮੁਨ ਤੁਹਾਡੀ ਦੋਹਤੀ ਆ ਉਹਦੇ ਨਾਲ ਨਾਨੀ ਮਿਲ ਕੇ ਕਿਹੜੀਆਂ ਕਲੋਲਾਂ ਕਰਦੇ ਨੇ? ਕੁਨਮੁਨ ਤੇ ਇਹ ਬਚਪਨ 'ਚ ਮੇਰੇ ਕੋਲ ਰਹੀ ਹੈ। ਇਹਦੇ ਇੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ, ਇੰਨੇ ਨਿੱਕੇ ਨਿੱਕੇ ਇਹਦੇ ਮੇਰੇ ਨਾਲ ਪਿਆਰ ਹੈਗੇ ਨੇ ਨਾ। ਹੁਣ ਇਹ ਮਨੀਪੁਰ ਇਹਨਾਂ ਦੀ ਪੋਸਟਿੰਗ ਹੋਈ ਤੇ ਮੈਂ ਚਲੇ ਗਈ ਉਹਨੂੰ ਮਿਲਣ ਲਈ। ਇਹ ਬਿਮਾਰ ਸੀਗੀ ਇੰਫਾਲ ਦੇ ਵਿੱਚ। ਮਨੀਪੁਰ ਦੇ ਪਾਪਾ ਆਰਮੀ 'ਚ ਰਹਿਣ ਕਰਕੇ ਉੱਥੇ ਗਏ ਤੇ ਫਿਰ ਮੈਨੂੰ ਨਾਨੀ ਮਾਂ ਚਲੋ ਪੌਦੋਂ ਕੁਛ ਮਰਾ ਕੇ ਆਏ ਤੇ ਉਹ ਲਾਜਵੰਤੀ ਦੇ ਬੂਟੇ ਲੱਗੇ ਹੁੰਦੇ ਸੀ ਨਾ ਤੇ ਫਿਰ ਇਹਨੇ ਮੈਨੂੰ ਲੈ ਜਾਣਾ ਹੱਥ ਲਾ ਲਾ ਕੇ ਉਹਨਾਂ ਨੂੰ ਸ਼ਰਮਾ ਜਾਂਦੇ। ਹਾਂ ਤੇ ਇਹੋ ਜੀ ਕਹਾਣੀ। ਤੇ ਜੇ ਕਦੇ ਕਿਤੇ ਜਾਣਾ ਇਹਨੇ ਮੇਰੀ ਗੋਦੀ 'ਚ ਹੀ ਬੈਠਣਾ, ਮੰਮੀ ਕੋਲ ਕਿਸੇ ਕੋਲ ਨਹੀਂ ਬੈਠਣਾ। ਤੇ ਇੱਕ ਦਿਨ ਮੈਂ ਬੈਠੀ ਸਿਰ ਤੇ ਚੁੰਨੀ ਲਈ, ਉਹ ਵਿੰਡੋ ਖੁੱਲੀ ਸੀ ਖਿੜਕੀ, ਉਹ ਚੁੰਨੀ ਉੱਡੀ ਜਾਏ, ਇਹ ਮੇਰੇ ਮੂੰਹ ਵੱਲ ਵੇਖੀ ਜਾਏ। ਮੈਂ ਕਿਹਾ ਇਹ ਦੇਖੀ ਜਾ ਰਹੀ ਹੈ। ਚੁੰਨੀ ਨੂੰ ਲਾ ਕੇ ਨਾ, ਨਾਨੀ ਮਾਂ ਸ਼ਰਮਾਨਾ ਨਹੀਂ ਹੈ, ਘੁੰਘਟ ਨਹੀਂ ਹੈ, ਚੁੰਨੀ ਉਤਾਰ ਕੇ ਪਰੇ ਮਾਰੀ ਵੀ ਤੁਸੀਂ ਸਿੱਧੇ ਹੋ ਕੇ ਬੈਠੋ, ਤੁਹਾਨੂੰ ਇਹ ਚੁੰਨੀ ਬਾਰ-ਬਾਰ ਡਿਸਟਰਬ ਕਰਦੀ ਹੈ। ਬਹੁਤ ਇਹਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਮੇਰੇ ਨਾਲ। ਮੈਂ ਸ਼ਿਮਲੇ ਵੀ ਜਿੱਥੇ ਜਾਣਾ। ਅੱਛਾ ਇੱਕ ਗੱਲ ਹੋਰ ਆ, ਤੁਸੀਂ ਇਹ ਤੁਹਾਡੇ ਮਤਲਬ 4 ਬੇਟੀਆਂ ਨੇ, ਦੋਤੀਆਂ ਕਾਫੀ ਨੇ ਹਨਾ, ਬਹੁਤ ਕਹਿ ਲਓ ਵੀ ਵੱਡੇ ਭਾਗ ਹੁੰਦੇ ਆ ਬੱਚੇ ਹਨਾ ਸਾਰੇ। ਤੇ ਕੁਨਮੁਨ ਬਾਰੇ ਤਾਂ ਕਿਤਾਬ ਲਿਖਤੀ, ਕਿਸੇ ਹੋਰ ਦੋਤੀ ਨੇ ਜਾਂ ਕਿਸੇ ਨੇ ਕਿਹਾ ਨਹੀਂ ਵੀ ਨਾਨੀ ਸਾਡੇ ਬਾਰੇ ਕਦੋਂ ਲਿਖਣਾ? ਮੈਂ ਦਿਖਾਂਗੀ। ਮੇਰੀ ਉਸ ਤੋਂ ਕੁਨਮੁਨ ਦੀ ਮੰਮਾ ਤੋਂ ਵੱਡੀ ਬੇਟੀ ਮੇਰੀ ਨਿਊਜ਼ੀਲੈਂਡ ਹੁੰਦੀ ਹੈ। ਉਹਦੇ ਹਸਬੈਂਡ ਵੀ ਨਿਊਜ਼ੀਲੈਂਡ ਦੇ ਨੇ। ਉਹ ਜਰਨਲਿਸਟ ਹੈ, ਪਹਿਲਾਂ ਹਾਂਗਕਾਂਗ 'ਚ ਰਹੀ, ਫਿਰ ਨਿਊਜ਼ੀਲੈਂਡ ਜਰਨਲਿਸਟ, ਸਾਊਥ ਚਾਈਨਾ ਮਾਰਨਿੰਗ ਪੋਸਟ, ਉਹ ਫਿਰ ਨਿਊਜ਼ੀਲੈਂਡ ਚਲੇਗੀ। ਉਹਦਾ ਇੱਕ ਬੇਟਾ ਹੈ ਸ਼ੌਨ। ਹਾਂਜੀ, ਪਰ ਮੈਂ ਉਹਦੇ ਤੇ ਮੈਂ ਕਿਤਾਬ ਜ਼ਰੂਰ ਲਿਖਣਾ ਚਾਹੁੰਦੀ ਹਾਂ ਕਿਉਂਕਿ ਬਾਹਰਲੇ ਬੱਚੇ ਔਰ ਸਾਡੇ ਬੱਚਿਆਂ ਦੇ ਵਿੱਚ ਕਈ ਚੀਜ਼ਾਂ 'ਚ ਬਹੁਤ ਫਰਕ ਹੈਗਾ। ਜਿਵੇਂ ਉਹ ਇੰਨਾ ਕਿ ਸੱਚਾ ਪੱਕਾ ਬੱਚਾ ਹੈ ਜੀ। ਜੇ ਤੁਸੀਂ ਦੇਖੋ, ਜੇ ਉਹਨੇ ਕੋਈ ਸ਼ਰਾਰਤ ਕੀਤੀ ਹੈ ਨਾ ਤਾਂ ਉਹਦੀ ਮੰਮਾ ਨੇ ਉਹਦੇ ਮੂੰਹ 'ਚ ਚੁੱਕ ਕੇ ਥੋੜੀ ਜੀ ਲਾਲ ਮਿਰਚ ਪਾ ਦੇਣੀ ਵੀ ਤੂੰ ਅੱਗੋਂ ਨਹੀਂ ਕਰਨੀ। ਅੱਛਾ, ਇੱਕ ਵਾਰੀ ਦੇਖਿਆ ਮੈਂ, 2 ਵਾਰੀ, ਤੇ ਮੈਂ ਕਿਹਾ ਬੇਟੇ ਇਹਦੇ ਲਾਲ ਮਿਰਚ ਨਾ ਪਾਇਆ ਕਰ, ਬਈ ਉਂਝ ਡਰਾ ਦਿਆ ਕਰ ਤੂੰ। ਇੱਕ ਦਿਨ ਉਹਨੂੰ ਗੁੱਸਾ ਚੜਿਆ, ਕਹਿੰਦਾ ਕਿ ਮੈਂ ਲਾਲ ਮਿਰਚ ਦਾ ਡੱਬਾ ਚੁੱਕ ਕੇ ਗੁਆਂਢੀਆਂ ਦੇ ਨੋਰਾ ਦੇ ਵਿਹੜੇ 'ਚ ਸਿੱਟ ਦੇਣਾ। ਤਾਂ ਮੇਰੀ ਬੇਟੀ ਕਹਿਣ ਲੱਗੀ ਉਹਦੀ ਮੰਮਾ ਤੈਨੂੰ ਆ ਕੇ ਗੁੱਸਾ ਹੋਏਗਾ ਵੀ ਇਹ ਰੈੱਡ ਚਿੱਲੀ ਸਾਡੇ ਘਰ ਕਿਉਂ ਸਿੱਟੀ ਹੈ। ਕਹਿੰਦਾ ਨਹੀਂ, ਉਹ ਇਸ ਗੱਲੋਂ ਗੁੱਸੇ ਨਹੀਂ ਹੋਣਗੇ ਕਿ ਕਿਉਂ ਸਿੱਟੀ ਹੈ, ਉਹ ਇਸ ਗੱਲੋਂ ਗੁੱਸੇ ਹੋਣਗੇ ਕਿ ਤੁਸੀਂ ਆਪਣੇ ਬੱਚੇ ਨੂੰ ਇੰਨਾ ਅਨਾਇਡ ਕੀਤਾ, ਇੰਨਾ ਤੰਗ ਕੀਤਾ ਕਿ ਉਹ ਮਜਬੂਰ ਹੋ ਗਿਆ ਡੱਬਾ ਸੁੱਟਣ ਲਈ। ਤੇ ਫਿਰ ਉਹ ਸੱਚਾ ਇੰਨਾ ਸੀ ਕਿ ਜੇ ਸਵੇਰੇ ਉਹਨੇ ਦੁੱਧ ਨਹੀਂ ਪੀਣਾ ਤੇ ਉਹਦੇ ਮੈਂ ਲਾਲਚ ਦੇ ਵੀ ਤੈਨੂੰ ਲੋਲੀਪੌਪ ਦਿਆਂਗੀ, ਤੂੰ ਦੁੱਧ ਦਾ ਗਲਾਸ ਪੀ ਲੈ, ਤਾਂ ਉਹਨੂੰ ਸਕੂਲ ਛੱਡ ਕੇ ਆਣਾ। ਤੇ ਇੱਕ ਦਿਨ ਉਹਨੇ ਦੁੱਧ ਨਹੀਂ ਪੀਤਾ, ਉਹਦੀ ਤਬੀਅਤ ਠੀਕ ਨਹੀਂ ਸੀ ਤੇ ਨਾ ਪੀਣ ਕਰਕੇ ਨਾ ਤੇ ਫਿਰ ਜਾਣ ਲੱਗੇ ਮੈਨੂੰ ਲੋਲੀਪੌਪ ਦਿੱਤਾ। ਕਹਿੰਦਾ ਨੋ ਗ੍ਰੈਂਡ ਮਾਂ, ਕਿ ਮੈਂ ਅੱਜ ਦੁੱਧ ਨਹੀਂ ਪੀਤਾ ਤੇ ਮੈਂ ਇਹਦਾ ਹੱਕਦਾਰ ਵੀ ਨਹੀਂ ਹੈਗਾ ਆ, ਵੀ ਮੈਂ ਇਹ ਨਹੀਂ ਲਵਾਂਗਾ। ਉਹ ਉਹਨਾਂ ਦੇ ਕਰੈਕਟਰ ਅਲੱਗ ਟਾਈਪ ਦੇ ਨੇ ਉਹਨਾਂ ਬੱਚਿਆਂ ਦੇ, ਉਹ ਇਸ ਟਾਈਪ ਦੇ। ਉਹਦੀਆਂ ਨਿੱਕੀਆਂ ਨਿੱਕੀਆਂ ਇੰਨੀਆਂ ਕੁ ਘਟਨਾ ਨੇ ਨਾ ਮੇਰੇ ਕੋਲੇ, ਤੇ ਉਹਦੇ ਤੇ ਮੈਂ ਹੁਣ ਕਿਤਾਬ ਲਿਖਾਂ। ਬਿਲਕੁਲ ਜੀ, ਉਡੀਕ ਕਰੂਗੀ ਜਦੋਂ ਕਿਤਾਬ ਲਿਖ ਕੇ ਆਊਗੀ ਹੈ ਨਾ। ਸ਼ੌਨ ਤੇ ਨਾਨੀ ਤੇ ਕਲੋਲਾ ਆਊਗੀ ਹੈ ਨਾ ਕਿਤਾਬ? ਹਾਂਜੀ, ਸ਼ੌਨ ਦੇ ਨਾਲ ਆਏਗੀ। ਠੀਕ ਹੈ। ਹੁਣ ਤੁਹਾਡੀ ਨਜ਼ਮਾਂ ਵੱਲ ਆਉਲਦੇ ਆਪਾਂ, ਕਿਉਂਕਿ ਇਹ ਬਚਪਨ ਦੀ ਗੱਲ ਹੋ ਗਈ, ਤੁਹਾਡੇ ਬਚਪਨ ਦੀ ਤੇ ਦੋਤੀਆਂ ਦੇ ਬਚਪਨ ਦੀ ਵੀ ਗੱਲ ਹੋ ਗਈ ਹੈ ਨਾ। ਬਚਪਨ ਤੋਂ ਬਾਅਦ ਇੱਕ ਉਮਰ ਆਉਂਦੀ ਆ ਜਿਹਦੇ ਕਰਕੇ ਪਿਆਰ ਮੁਹੱਬਤ ਹੁੰਦਾ ਤੇ ਸਾਹਿਤ ਵਾਲੇ ਪਾਸੇ ਵੀ ਬੰਦਾ ਜੁੜਦਾ, ਕੁਛ ਨਜ਼ਮਾਂ ਲਿਖਦਾ, ਕਿਸੇ ਨੂੰ ਚਿੱਠੀ ਲਿਖਦਾ, ਪੱਤਰ ਲਿਖਦਾ, ਆਪਦੇ ਦਿਲ ਦੇ ਭਾਵ ਸਾਂਝੇ ਕਰਦਾ। ਘਨੇੜੀ ਚੜੇ ਵਰਿਆਂ ਤੋਂ ਅਗਲੇ ਵਰਿਆਂ ਦੀ ਗੱਲ ਕਰਦਾ, ਪਿਆਰ ਹੋਇਆ ਸੀ ਜ਼ਿੰਦਗੀ 'ਚ? अदब जी, वो बात क्यों पूछते हो जो बताने के काबिल नहीं है। छुपा रहे हो साडे तो? नहीं, छुपा नहीं रही हाँ, पर मैं कहनी हाँ जिन्हों प्यार नहीं, कोई जिंदगी च इहो जिहा नहीं हुंदा जिन्हों प्यार ना होया होवे, ते मैं उहनूं इंसान ही नहीं समझदी जिन्हों प्यार नहीं हुंदा। प्यार तां एक जिंदगी दा ਉਹ अहम पल है ਜਿਹੜਾ ਉਹ ਹੁੰਦਾ ਨਹੀਂ, ਉਹ ਤੁਸੀਂ ਕਰਦੇ ਨਹੀਂ, ਉਹ ਹੋ ਜਾਂਦਾ ਆ। ਉਹਦੇ ਬਾਰੇ ਕੋਈ ਵੀ ਕੋਈ ਇਹ ਤਾਂ ਆਪੇ ਹੀ ਹੋ ਜਾਂਦਾ, ਪਿਆਰ ਨਹੀਂ ਹੁੰਦਾ ਸਿੱਖ ਕੇ। ਪਿਆਰ ਜਿਹੜਾ ਹੈਗਾ ਇਹ ਹੋ ਜਾਂਦਾ ਆ। ਤੇ ਪਰ
ਸਾਡਾ ਜ਼ਮਾਨਾ ਬਹੁਤ ਫਰਕ ਸੀਗਾ। ਉਦੋਂ ਦਾ ਪਿਆਰ ਕਿਹੋ ਜਿਹਾ ਸੀ? ਉਦੋਂ ਅਸੀਂ ਉਦੋਂ ਦਾ ਪਿਆਰ ਜਿਹੜਾ ਸੀਗਾ ਕਿ ਤੁਸੀਂ ਇੱਜ਼ਤ ਕਰਦੇ ਹੋ ਦੂਜੇ ਦੀ, ਤੁਸੀਂ ਇੱਕ ਤੁਹਾਡੇ ਅੰਦਰ ਡਰ ਵੀ ਸੀਗਾ, ਇੱਕ ਇੱਜ਼ਤ ਵੀ, ਸਭ ਤੋਂ ਅੱਗੇ ਤੁਹਾਨੂੰ ਮਾਪਿਆਂ ਦੀ ਇੱਜ਼ਤ ਦਾ ਖਿਆਲ ਹੁੰਦਾ ਸੀ, ਤੁਸੀਂ ਆਪਣੇ ਮਨ ਨੂੰ ਮਾਰ ਲੈਂਦੇ ਸੀਗੇ। ਕੋਈ ਬੰਦਾ ਇਹ ਨਹੀਂ ਹੈਗਾ ਕਿ ਪੂਰਨ ਹੋਵੇ, ਨਹੀਂ, ਅਪੂਰਨ ਹੀ ਹੈਗਾ, ਇਹੀ ਜ਼ਿੰਦਗੀ ਆ, ਅਧੂਰੇ ਪੰਜ ਹੀ ਜ਼ਿੰਦਗੀ ਵਧੀਆ ਜਿਹੜੀ ਹੈਗੀ ਆ। ਇੱਕ ਕੱਲ ਲਈ ਉਡੀਕਦਾ ਬੰਦਾ, ਕੱਲ ਲਈ ਉਡੀਕਦਾ। ਮੈਂ ਨਾ ਇੰਨਾ ਕੁਝ ਆਪਾਂ ਗੱਲਾਂ ਬਾਤਾਂ ਕਰ ਲਈਆਂ, ਪਰ ਤੁਹਾਡੀ ਕੋਈ ਨਜ਼ਮ ਨਹੀਂ ਸੁਣੀ, ਮੈਨੂੰ ਨਜ਼ਮ ਸੁਣਾਓ। ਨਜ਼ਮਾਂ ਮੈਂ ਬਹੁਤ ਛੋਟੀਆਂ ਨਜ਼ਮਾਂ ਲਿਖੀਆਂ ਨੇ। ਛੋਟੀਆਂ ਨਜ਼ਮਾਂ ਦੀ ਵੱਡੀ ਸ਼ਾਇਰਾ ਕੌਣ ਕਹਿੰਦਾ ਤੁਹਾਨੂੰ? ਇਹ ਲਾਭ ਸਿੰਘ ਖੀਵਾ ਜੀ ਹੈਗੇ ਨੇ, ਹੋਰ ਸਾਰੇ ਮਨਜੀਤ ਇੰਦਰਾ, ਇਹ ਸਭ ਜਦੋਂ ਵੀ ਤਾਰਫ ਕਰਾਂਗੇ ਆਹੀ ਲਫ਼ਜ਼ ਕਹਿਣਗੇ। ਪਰ ਮੈਂ ਸ਼ੁਰੂ 'ਚ ਮੇਰੀਆਂ ਜ਼ਿਆਦਾ ਛੋਟੀਆਂ ਨਜ਼ਮਾਂ ਸ਼ਬਦਾਂ ਦੇ ਕਟਹਿਰੇ 'ਚ ਲੰਬੀਆਂ ਨਜ਼ਮਾਂ ਵੀ ਆਈਆਂ ਨੇ, ਤੇ ਮੈਂ ਇੱਕ ਦੋ ਛੋਟੀਆਂ ਨਜ਼ਮ ਤੁਹਾਨੂੰ ਸੁਣਾ ਦਿੰਦੀ ਹਾਂ। ਪਹਿਲੀ ਨਜ਼ਮ ਹੈਗੀ ਹੈ ਗੀਤ ਗਜ਼ਲਾਂ ਤੇ ਨਗਮੇ। ਜੀ। ਮਨ ਤਾਂ ਅਕਸਰ ਮਰ ਜਾਂਦਾ ਹੈ ਮਾਰਿਆਂ, ਹਾਂ। ਮਨ ਤਾਂ ਅਕਸਰ ਮਰ ਜਾਂਦਾ ਹੈ ਮਾਰਿਆਂ, ਪਿਆਰ ਨਹੀਂ ਮਰਦਾ। ਮਨ ਤਾਂ ਅਕਸਰ ਮਰ ਜਾਂਦਾ ਹੈ ਮਾਰਿਆਂ, ਪਿਆਰ ਨਹੀਂ ਮਰਦਾ। ਤੇ ਉਸ ਜਿਉਂਦੇ ਪਿਆਰ ਦੀ ਬਣ ਜਾਂਦੀ ਹੈ ਕਬਰ ਕਿਤੇ ਨਾ ਕਿਤੇ ਸਾਡੇ ਅੰਦਰ। ਤੇ ਉਸ ਜਿਉਂਦੇ ਪਿਆਰ ਦੀ ਬਣ ਜਾਂਦੀ ਹੈ ਕਬਰ ਕਿਤੇ ਨਾ ਕਿਤੇ ਸਾਡੇ ਅੰਦਰ, ਜਿਸ ਤੇ ਉਗਦੀਆਂ ਨੇ ਥੋੜਾਂ, ਕੈਕਟਸ ਜੀ, ਜਿਸ ਤੇ ਉਗਦੀਆਂ ਨੇ ਥੋੜਾਂ, ਗੀਤ ਗਜ਼ਲਾਂ ਤੇ ਨਗਮੇ ਬਣ ਕੇ। ਕਿਆ? ਜਿਸ ਤੇ ਉਗਦੀਆਂ ਨੇ ਥੋੜਾਂ, ਗੀਤ ਗਜ਼ਲਾਂ ਤੇ ਨਗਮੇ ਬਣ ਕੇ। ਇੱਕ ਛੋਟੀ ਜੀ ਨਜ਼ਮ ਹੋਰ ਸੁਣਾਨੀ ਆ ਜੀ। ਨਾ ਜ਼ਰਬਾਂ ਮੇਚ ਆਈਆਂ ਨਾ ਜੋੜ। ਜੀ। ਨਾ ਜ਼ਰਬਾਂ ਮੇਚ ਆਈਆਂ ਨਾ ਜੋੜ, ਤੇ ਨਾ ਹੀ ਕੋਈ ਹਾਸਲ। ਨਾ ਜ਼ਰਬਾਂ ਮੇਚ ਆਈਆਂ ਨਾ ਜੋੜ, ਤੇ ਨਾ ਹੀ ਕੋਈ ਹਾਸਲ। ਭੋਰਾ ਭੋਰਾ ਮਨਫੀ ਹੋ ਕੇ ਵੀ ਦੇਖਿਆ ਤੇ ਤਕਸੀਮ ਹੋ ਕੇ ਵੀ, ਭੋਰਾ ਭੋਰਾ ਮਨਫੀ ਹੋ ਕੇ ਵੀ ਵੇਖਿਆ ਤੇ ਤਕਸੀਮ ਹੋ ਕੇ ਵੀ ਦੇਖਿਆ। ਕਿਆ ਬਹੁਤ ਖੂਬਸੂਰਤ, ਛੋਟੀ ਜਿਹੀ ਵਿੱਚ ਵੱਡੀ ਗੱਲ ਕਰ ਦਿੰਦੇ ਹੋ, ਹਨਾ। ਇੱਕ ਛੋਟੀ ਜਿਹੀ ਨਜ਼ਮ ਮੈਂ ਸਿਰਫ ਰਾਤ ਮੈਟਾਫਰ ਲੈ ਕੇ ਰਾਤ ਤੇ ਲਿਖੀ ਹੈ, ਬਸ ਲਾਸਟ ਨਜ਼ਮ ਉਹ ਸੁਣਾ ਦਿੰਦੀ ਹਾਂ। ਉਸ ਰਾਤ ਰਾਤ ਦੀ ਰਾਤ ਨੇ ਮੈਨੂੰ ਉਸ ਰਾਤ ਦੀ ਬਾਤ ਪਾਈ। ਉਸ ਰਾਤ ਦੀ ਰਾਤ ਨੇ ਮੈਨੂੰ ਉਸ ਰਾਤ ਦੀ ਬਾਤ ਪਾਈ, ਜਿਸ ਰਾਤ ਦੇ ਵੇਸ ਵਿੱਚ ਇੱਕ ਰਾਤ ਮੇਰੇ ਬੂਹੇ ਆਈ। ਜੀ। ਜਿਸ ਰਾਤ ਦੇ ਵੇਸ ਵਿੱਚ ਇੱਕ ਰਾਤ ਮੇਰੇ ਬੂਹੇ ਆਈ, ਤੇ ਮੈਂ ਰਾਤ ਭਰ ਰਾਤ ਢੋਂਦੀ ਢੋਂਦੀ ਰਾਤ ਹੋ ਗਈ। ਤੇ ਮੈਂ ਰਾਤ ਭਰ ਰਾਤ ਢੋਂਦੀ ਢੋਂਦੀ ਰਾਤ ਹੋ ਗਈ। ਕਿੰਨਾ ਸੋਹਣਾ ਮੈਟਾਫਰ, ਕਿੰਨਾ ਵਧੀਆ ਯੂਜ਼ ਕਰਿਆ ਤੁਸੀਂ ਰਾਤ ਨੂੰ। ਕੀ ਬਾਤ ਹੈ। ਅੱਛਾ, ਗੱਲਾਂ ਬਾਤਾਂ ਕਰ ਰਹੇ ਸੀ, ਤੁਹਾਨੂੰ ਟੀਚਿੰਗ ਦੇ ਵਿੱਚ ਨਾ ਕਾਫੀ ਇਨਾਮ ਮਾਨ ਸਨਮਾਨ ਮਿਲੇ ਆ, ਬੱਚਿਆਂ ਦੇ ਬਾਹਲਾ ਨੇੜੇ ਰਹੇ ਹੋ ਤੁਸੀਂ, ਤਾਂ ਕਰਕੇ ਤੁਸੀਂ ਬੱਚਿਆਂ ਬਾਰੇ ਇਹ ਚੀਜ਼ਾਂ ਲਿਖੀਆਂ, ਜਿਵੇਂ 2 ਕਿਤਾਬਾਂ ਤੁਹਾਡੀਆਂ ਆਈਆਂ ਨੇ। ਹਾਂਜੀ। ਬਚਪਨ ਨੂੰ ਜ਼ਿਆਦਾ ਨੇੜਿਓਂ ਸਮਝਦੇ ਹੋ। ਹਾਂਜੀ। ਤੇ ਹਾਂਜੀ ਇਹਦੇ ਤੇ ਇੱਕ ਖੇਡ ਸੀਗਾ ਕਠਪੁਤਲੀ ਦਾ, ਜਿਹਦੇ 'ਚ ਤੁਸੀਂ ਅਵਾਰਡ ਜਿੱਤਿਆ ਸੀ, ਉਹ ਕਹਾਣੀ ਕੀ ਸੀ ਜਦੋਂ ਚੰਡੀਗੜ੍ਹ ਨੂੰ ਰਿਪਰੈਜ਼ੈਂਟ ਕੀਤਾ ਸੀਗਾ ਤੁਸੀਂ? ਚੰਡੀਗੜ੍ਹ, ਹਾਂਜੀ, ਉਹ ਮੈਂ ਤੁਹਾਨੂੰ ਇੱਕ ਗੱਲ ਸੁਣਾ ਦਿੰਦੀ ਹਾਂ। ਚੰਡੀਗੜ੍ਹ ਦੇ ਵਿੱਚ ਕਠਪੁਤਲੀ ਨਾਟਕ ਸੇ ਮੇਰੇ ਕੋਲ ਸ਼ੁਰੂ ਤੋਂ, ਮੈਨੂੰ ਬਚਪਨ ਤੋਂ ਹੀ ਸੀਗਾ। ਜਦੋਂ ਅਸੀਂ ਸਕੂਲ 'ਚ ਵੀ ਪੜ੍ਹਦੇ ਸੀ ਨਾ, ਇੱਕ ਪਾਸੇ ਇੰਝ ਚੁੰਨੀ ਬੰਨ੍ਹ ਲੈਣੀ, ਚੁੰਨੀ ਦਾ ਘੁੰਡ ਕੱਢ ਲੈਣਾ। ਮੈਂ ਤੁਹਾਨੂੰ ਮੋਟੀ ਜਿਹੀ ਦੱਸਦੀ ਹਾਂ ਕਿ ਇਹ ਬਣਾ ਲਈ, ਘੁੰਡ ਕੱਢ ਲਿਆ ਇੱਕ ਪਾਸੇ ਇੱਦਾਂ, ਹੈ ਨਾ ਜੀ। ਤੇ ਇੱਕ ਪਾਸੇ ਇੱਧਰ ਘੁੰਡ ਕੱਢਿਆ, ਤੇ ਇੱਧਰ ਦੂਜੇ ਲੜ ਦੇ ਨਾਲ ਇਹ ਪਗੜੀ ਬੰਨ ਕੇ ਨਾ, ਤੇ ਅਸੀਂ ਧੁੱਪ ਦੇ ਵਿੱਚ ਬੈਠ ਕੇ ਉਹ ਕਰਨਾ। ਧੁੱਪ ਦੀ ਲਾਈਟ ਆਣੀ, ਠਕ ਠਕ ਠਕ, ਕੌਣ ਹੈ, ਮੈਂ ਆ, ਚਾਹ ਬਣੀ ਆ, ਇੱਦਾਂ। ਇਹ ਬਚਪਨ ਤੋਂ ਹੀ ਸੀਗਾ ਮੈਨੂੰ। ਤੇ ਇਹ ਫਿਰ ਮੈਨੂੰ ਕਠਪੁਤਲੀ ਸਿੱਖਣ ਦਾ ਸ਼ੌਕ ਹੋਇਆ, ਤੇ ਇਹਦੇ ਵਿੱਚ ਫਿਰ ਮੈਂ ਨੈਸ਼ਨਲ ਲੈਵਲ ਤੇ 3-4 ਕੈਂਪ ਸਿੱਕਮ ਦੇ ਵਿੱਚ, ਸ਼੍ਰੀਨਗਰ ਦੇ ਵਿੱਚ, ਮੋਹਾਲੀ ਦੇ ਵਿੱਚ ਕੈਂਪ ਅਟੈਂਡ ਕੀਤੇ। ਈਵਨ ਇੱਥੋਂ ਤੱਕ ਕਿ ਸ਼੍ਰੀਨਗਰ 'ਚ ਮੈਂ ਥੋੜ੍ਹੀ ਦੇਰ ਨਵੋਦਿਆ 'ਚ ਪੜ੍ਹਾਉਣ ਗਈ ਸੀ, ਉੱਥੇ ਮੈਂ ਦੂਰਦਰਸ਼ਨ ਤੋਂ ਸ਼ੋਅ ਵੀ ਦਿੱਤੇ ਨੇ ਕਠਪੁਤਲੀ ਦੇ। ਹਾਂਜੀ। ਤੇ ਇਸ ਤੋਂ ਬਾਅਦ ਫਿਰ ਜਿੱਥੇ ਵੀ ਰਹੇ ਆ, ਐਜ਼ ਏ ਰਿਸੋਰਸ ਪਰਸਨ ਵੀ ਫਿਰ ਉਹਨਾਂ ਨੇ ਮੈਨੂੰ ਦੇਖ ਕੇ ਐਜ਼ ਏ ਕੰਮ ਕੀਤਾ। ਪਰ ਸਭ ਤੋਂ ਮੇਰੀ ਇੱਕ ਯਾਦਗਾਰ ਹੈਗੀ ਹੈ, ਇੰਟਰਨੈਸ਼ਨਲ ਫਿਲਮ ਫੈਸਟੀਵਲ ਸੀ ਬੈਂਗਲੌਰ ਦੇ ਅੰਦਰ।
ਮੈਂ ਚੰਡੀਗੜ੍ਹ ਦੇ ਬੱਚਿਆਂ ਨੂੰ ਲੈ ਕੇ ਗਈ ਸੀ ਜੀ। ਅੱਛਾ ਜੀ। ਤੇ ਉੱਥੇ ਬੱਚਿਆਂ ਨੂੰ ਜਦੋਂ ਲੈ ਕੇ ਗਏ ਤੇ ਉਹਨਾਂ ਨੇ ਲਾਸਟ ਡੇ ਕਿਹਾ, ਕਿਉਂਕਿ ਉੱਥੇ ਚੈਕੋਸਲੋਵਾਕੀਆ, ਰਸ਼ੀਆ, ਜਾਪਾਨ ਔਰ ਹੋਰ ਕੰਟਰੀ ਤੋਂ ਵੀ ਜਿਹੜੇ ਬੱਚੇ, ਚਾਈਨਾ ਤੇ ਔਰ ਇੰਡੀਆ ਦੇ ਸਾਰੀਆਂ ਸਟੇਟਸ ਦੇ ਬੱਚੇ ਉੱਥੇ ਸੀਗਾ, ਕੋਈ 200-300 ਬੱਚਾ ਆਇਆ ਹੈ ਜਿਨ੍ਹਾਂ ਨੇ ਉੱਥੇ ਮੈਂ ਚੰਡੀਗੜ੍ਹ ਦੇ ਬੱਚੇ ਲੈ ਕੇ ਗਏ। ਤੇ ਲਾਸਟ ਡੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਆਪਣੀ ਸਟੇਟ ਦਾ ਕੋਈ ਆਈਟਮ 3-3 ਮਿੰਟ ਦਾ ਦੇਣਾ ਆ ਤੁਸੀਂ ਉੱਥੇ। ਤੇ ਮੈਂ ਸੋਚਾਂ ਵੀ ਪੰਜਾਬ ਵਾਲੇ ਆਪਣਾ ਭੰਗੜਾ ਪਾ ਜਾਣਗੇ, ਗਿੱਧਾ ਭੰਗੜਾ, ਹਿਮਾਚਲ ਵਾਲੇ ਆਪਣਾ ਕਰ ਜਾਣਗੇ, ਹਰਿਆਣੇ ਵਾਲੇ ਆਪਣਾ, ਤੇ ਮੈਂ ਚੰਡੀਗੜ੍ਹ ਦਾ ਕੀ ਦਿਖਾਵਾਂਗੀ? ਮੇਰੇ ਕੋਲ ਅੱਛਾ ਨਾ ਮੈਂ ਕੋਈ ਡਰੈਸਿਸ ਲੈ ਕੇ ਗਈ। ਫਿਰ ਮੈਂ ਉੱਥੇ ਕੀ ਕੀਤਾ, ਉੱਥੋਂ ਦੇ ਲੋਕਲ, ਮੈਨੂੰ ਨਾ ਮੈਂ ਕਿਹਾ ਚਲੋ ਫਿਲਮਾਂ ਦੇ ਨਾਲ ਮਿਲਦਾ ਪਪੜ ਸ਼ੋਅ ਤੇ ਹੋ ਸਕਦਾ ਹੈ ਨਾ। ਤੇ ਫਿਰ ਮੈਂ ਕੀ ਕੀਤਾ, ਇੱਕ ਚਤੁਰ ਖਰਗੋਸ਼ ਦੀ ਕਹਾਣੀ ਮੈਨੂੰ ਜ਼ੁਬਾਨੀ ਯਾਦ ਸੀਗੀ। ਮੈਂ ਕਿਹਾ ਜੇ ਇਹ ਕਿਸੇ ਨੂੰ ਡਾਇਲੌਗ, ਇਹ ਕਹਾਣੀ, ਐਕਸ਼ਨ ਸਾਰਿਆਂ ਨੂੰ ਸਮਝ ਆਉਂਦੇ ਨੇ। ਫਿਰ ਮੈਂ ਉੱਥੋਂ ਲੋਕਲ ਟੀਚਰਾਂ ਤੋਂ ਕਹਿ ਕੇ ਪਪੜਸ ਤਿਆਰ ਕੀਤੇ, ਰਾਤਾਂ ਨੂੰ ਬਹਿ ਕੇ ਮੈਂ ਰੋਡ ਪਪੜ ਤਿਆਰ ਕੀਤੇ ਪੇਪਰ ਬੈਗ ਪਪੜਸ ਦੇ ਨਾਲ, ਔਰ ਰਾਤਾਂ ਨੂੰ ਮੈਂ ਬੱਚਿਆਂ ਨੂੰ ਇੱਧਰ ਉੱਧਰ ਬਿਠਾ ਕੇ ਉਹਨਾਂ ਨੂੰ ਉਹ ਵੰਡੇ ਹੋਏ ਸੀਗੇ ਸਾਰੇ ਡਾਇਲੌਗ ਵੰਡ ਦਿੱਤੇ, ਤੇ ਉਹਨਾਂ ਦਾ ਨਾਲ ਦੀ ਨਾਲ ਰਿਹਰਸਲ ਕਰਨੀ, ਨਾਲ ਦੀ ਨਾਲ ਪਪੜ ਕਰਨੇ। ਤੇ ਫਿਰ ਜਿਸ ਦਿਨ ਫਾਈਨਲ ਸਟੇਜ ਸੀ ਨਾ ਜੀ, ਉਸ ਦਿਨ ਅਸ਼ੋਕਾ ਹੋਟਲ ਦੇ ਵਿੱਚ ਉੱਥੋਂ ਦੇ ਗਵਰਨਰ, ਮੇਅਰ ਸਭ ਲੋਕ ਆਏ ਸੀਗੇ। ਈਵਨ ਰਾਜੀਵ ਗਾਂਧੀ ਵੀ ਪਹਿਲੇ ਗਏ ਸੀ ਸਾਡੇ ਇਸ ਉਹਦੇ ਵਿੱਚ, ਬੈਂਗਲੌਰ ਦੇ ਵਿੱਚ। ਤੇ ਅਮੋਲ ਪਾਲਕਰ ਸੀ ਉਸ ਵੇਲੇ ਚੇਅਰਪਰਸਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ। ਹਾਂਜੀ, ਤੇ ਉੱਥੇ ਕਠਪੁਤਲੀ ਦਾ ਜਦੋਂ ਫਿਰ ਸਟੇਜ ਸ਼ੋਅ ਹੋਣਾ ਸੀ, ਤੇ ਮੈਂ ਉੱਥੋਂ ਹੀ ਚਾਦਰਾਂ ਲੈ ਕੇ ਸਟੇਜ ਸੈੱਟ ਕੀਤੀ। ਕੁਝ ਟੀਚਰ ਮੈਨੂੰ ਪੁਰਾਣੇ ਜਾਣਦੇ ਸੀ, ਉਹਨਾਂ ਨੂੰ ਮੈਂ ਕਿਹਾ ਤੁਸੀਂ ਦਰਖਤ ਪਕੜ ਕੇ ਜੰਗਲ ਬਣ ਜਾਓ, ਸਾਰੇ ਜੰਗਲ ਦਾ ਸੀਨ ਦਿਖਾਣਾ ਸੀ। ਤੇ ਉਹ ਬੱਚਿਆਂ ਨੂੰ ਲੈ ਕੇ ਫਿਰ ਮੈਂ ਉਹ ਸ਼ੋਅ, ਮੈਂ ਉਹਨਾਂ ਨੂੰ ਕਿਹਾ ਮੈਨੂੰ ਲਾਸਟ ਵਿੱਚ ਰੱਖਿਓ ਕਿਉਂਕਿ ਮੈਂ ਸਟੇਜ ਸੈੱਟ ਕਰਨੀ। ਸੈੱਟ ਹੋ ਗਈ ਜੀ, ਸ਼ੋਅ ਦਿੱਤਾ ਗਿਆ, ਮਿਊਜ਼ਿਕ ਕਰਕੇ ਸਾਰਾ ਕੁਝ। ਤੇ ਉੱਥੇ ਫਿਰ ਜਦੋਂ ਮੈਂ ਬੱਚਿਆਂ ਨੂੰ ਕਿਹਾ ਸੀ ਤੁਹਾਨੂੰ ਕੋਈ ਪ੍ਰਾਈਜ਼ ਨਹੀਂ ਮਿਲਣਾ, ਕਿਉਂਕਿ ਸਾਡਾ ਆਈਟਮ 6-7 ਮਿੰਟ ਤੋਂ ਘੱਟ ਨਹੀਂ ਜਾਂਦਾ, ਉਹਨਾਂ ਨੇ 3-3 ਮਿੰਟ ਕਹੇ ਸੀਗੇ। ਤੇ ਚਲੋ ਜੀ, ਉਹ ਜਦੋਂ ਹੋਇਆ ਜੀ, ਅਰੁਣਾਚਲ ਥਰਡ ਆਇਆ ਤੇ ਮੇਘਾਲਿਆ ਸੈਕਿੰਡ ਆਇਆ। ਕੰਸੋਲੇਸ਼ਨ ਪ੍ਰਾਈਜ਼ ਉਹਨਾਂ ਨੇ ਬੰਬੇ ਤੋਂ ਹੈਂਡੀਕੈਪਡ ਬੱਚੇ ਆਏ ਸੀ ਉਹਨਾਂ ਨੂੰ ਦਿਆ। ਆਪਾਂ ਆਰਾਮ ਨਾਲ ਬੈਠੇ ਹੋਏ ਸੀ। ਤੇ ਜਦੋਂ ਕਹਿੰਦੇ ਜੀ ਫਸਟ ਪ੍ਰਾਈਜ਼ ਗੋਸ ਟੂ ਚੰਡੀਗੜ੍ਹ ਜੀ, ਜਿਨ੍ਹਾਂ ਨੇ, ਤੇ ਮੇਰੇ ਬੱਚਿਆਂ ਨੇ ਤੇ ਸਟੇਜ ਤੇ ਚੜ੍ਹ ਕੇ ਅਮੋਲ ਪਾਲਕਰ ਨੂੰ ਪਾਈਆਂ ਜੱਫੀਆਂ ਤੇ ਐਡੇ ਖੁਸ਼ ਹੋਏ। ਫਿਰ ਫਸਟ ਪ੍ਰਾਈਜ਼ ਲੈ ਕੇ ਅਸੀਂ ਉੱਥੋਂ ਕੱਟ। ਅੱਛਾ, ਇੱਕ ਗੱਲ ਹੋਰ ਤੁਹਾਡੇ ਬਾਰੇ ਸੁਣੀ ਆ ਕਿ ਤੁਸੀਂ ਅਵਾਰਡ ਵਗੈਰਾ ਲੈਣ ਨਹੀਂ ਜਾਂਦੇ, ਕਈ ਤਾਂ ਧੱਕੇ ਨਾਲ ਤੁਹਾਨੂੰ ਅਵਾਰਡ ਦੇਣ ਆਉਂਦੇ, ਇਹ ਕੀ ਚੱਕਰ ਆ? ਦੇਖੋ, ਮੈਂ ਕੰਮ ਕਰਨ 'ਚ ਬਿਲੀਵ ਕਰਦੀ ਹਾਂ, ਤੁਸੀਂ ਮੰਨੋਗੇ ਨਹੀਂ, ਮੈਂ ਜਦੋਂ ਟੀਚਿੰਗ ਏਡਸ ਵੀ ਬਣਾਉਣੀਆਂ ਜਾਂ ਜੋ ਕੰਮ ਵੀ ਕਰਨਾ, ਮੈਨੂੰ ਹਰ ਟਾਈਮ ਨਵਾਂ ਸਿੱਖਣ ਦਾ ਹੁੰਦਾ। ਮੇਰੇ ਘਰ ਦੇ ਵਿੱਚ ਮੇਰੇ ਦੀਵਾਨ ਦੇ ਥੱਲੇ ਕਬਾੜ ਦਾ ਇੱਕ ਟੋਕਰਾ ਭਰਿਆ ਹੁੰਦਾ ਸੀ। ਰਾਤ ਨੂੰ ਬੱਚਿਆਂ ਨੂੰ ਸਵਾ ਦੇਣਾ, ਉਹਨਾਂ ਨੇ ਸੌਂ ਜਾਣਾ, ਤੇ ਮੈਂ ਰਾਤ ਨੂੰ ਜਿਸ ਵੇਲੇ ਸਭ ਸੌਂ ਗਏ ਤੇ ਮੈਂ ਟੀਚਿੰਗ ਏਡਸ ਬਣਾਉਣੀਆਂ ਸ਼ੁਰੂ ਕਰਨੀਆਂ। ਔਰ ਸਵੇਰੇ ਦੁੱਧ ਵਾਲੇ ਵੀ ਆ ਜਾਂਦੇ ਸੀ, ਅਖਬਾਰ ਵਾਲੇ ਵੀ, ਔਰ ਮੈਂ ਟੀਚਿੰਗ ਏਡ ਬਣਾਉਂਦੀ ਸੀ। ਕੋਈ ਥਕਾਵਟ ਨਹੀਂ ਸੀ, ਜਨੂਨ ਸੀਗਾ ਇੱਕ ਐਜੂਕੇਸ਼ਨ 'ਚ ਕੰਮ ਕਰਨ ਦਾ। ਮੈਂ ਗੌਰਮੈਂਟ ਸਕੂਲ 40 ਸੈਕਟਰ 'ਚ ਕੰਮ ਕਰਦੀ ਸੀ। ਜਦੋਂ ਕਿਤੋਂ ਬਾਹਰੋਂ ਕਿਸੇ ਨੇ ਆਣਾ, 40 ਜਹਾਜ਼ ਆਣਾ, 40 ਦੇ ਸਕੂਲ 'ਚ ਹੀ ਲੈਂਡ ਕਰਨਾ, ਬਸ ਜਦੇ ਹੁਕਮ ਆ ਜਾਣਾ ਵੀ ਫਲਾਣੇ ਤੁਹਾਡਾ ਸਕੂਲ ਦੇਖਣ ਆ ਰਹੇ ਨੇ। ਬਹੁਤ ਕੰਮ ਮੈਂ ਤਨੋਂ ਮਨੋਂ 100% ਤੋਂ ਵੀ ਵੱਧ ਮੈਂ ਐਜੂਕੇਸ਼ਨ ਨੂੰ ਆਪਣਾ ਦਿੱਤਾ। ਮੈਂ ਇਸ ਚੀਜ਼ ਤੇ ਫਖਰ ਮਹਿਸੂਸ ਕਰਦੀ ਹਾਂ। ਅੱਛਾ, ਉਹ ਕੀ ਗੱਲ ਸੀਗੀ ਜਦੋਂ ਅੰਮ੍ਰਿਤਾ ਪ੍ਰੀਤਮ ਨੇ ਤੁਹਾਡੇ ਹੱਥ ਚੁੰਮੇ ਸੀ? ਮੈਂ ਉਹਨਾਂ ਦੇ ਬੱਚਿਆਂ ਦੇ ਕੰਪੀਟੀਸ਼ਨ ਕਰਾਉਂਦੀ ਹੁੰਦੀ ਸੀ ਪੋਇਮਸ ਲੈ ਕੇ। ਮੈਂ ਅੰਮ੍ਰਿਤਾ ਪ੍ਰੀਤਮ ਜੀ ਕੋਲ 2-3 ਵਾਰੀ ਗਈ ਹਾਂ, ਤੇ ਉੱਥੇ ਫਿਰ ਇੱਕ ਦਿਨ ਬੈਠੇ ਤੇ ਮੈਂ ਉਹਨਾਂ ਕੋਲ, ਇਮਰੋਜ਼ ਜੀ ਵੀ ਆਏ ਹੋਏ ਸੀ ਬੈਠੇ। ਮੈਂ ਕਿਹਾ ਅੰਮ੍ਰਿਤਾ ਜੀ ਤੁਹਾਡੀ ਉਹ ਮੈਨੂੰ ਫੋਟੋ ਚਾਹੀਦੀ ਹੈ, ਇੱਕ ਫੋਟੋ। ਕਹਿੰਦੇ ਨਹੀਂ, ਰਸੀਦੀ ਚੀਗਰ 'ਚ ਬਹੁਤ ਹੈਗੀਆਂ। ਮੈਂ ਕਿਹਾ ਨਹੀਂ, ਉਹ ਤੋਂ ਇਲਾਵਾ ਐਨੇ ਨੂੰ ਇਮਰੋਜ਼ ਜੀ ਇੱਕ ਫੋਟੋ ਲੈ ਕੇ ਆ ਗਏ। ਕਹਿੰਦੇ ਆ ਹੈਗੇ, ਇਹ ਰੇਡੀਓ ਸਟੇਸ਼ਨ ਦੀ ਫੋਟੋ ਹੈ। ਤੇ ਉਦੋਂ ਜਦੋਂ ਮੈਨੂੰ ਛੱਡ ਕੇ ਆਂਦਾ ਹੁੰਦਾ ਸੀ, ਮੇਰੀ ਪਿੱਠ ਤੇ ਸਾਹਿਰ ਦਾ ਨਾਂ ਲਿਖਦੀ ਰਹਿੰਦੀ ਹੁੰਦੀ ਸੀ, ਕਹਿੰਦੇ ਇਹ ਉਦੋਂ ਦੀ ਫੋਟੋ ਹੈ। ਮੈਂ ਕਿਹਾ ਅੱਛਾ। ਤੇ ਉਹਨਾਂ ਨੂੰ ਮੈਂ ਦੱਸਿਆ, ਮੈਂ ਕਿਹਾ ਮੈਂ ਤੁਹਾਡੀਆਂ ਨਜ਼ਮਾਂ ਆਪਣੇ ਬੱਚਿਆਂ ਨੂੰ ਤਿਆਰ ਕਰਾਉਂਦੀ ਹਾਂ, ਤੇ ਚੰਡੀਗੜ੍ਹ ਦੇ ਕੰਪੀਟੀਸ਼ਨਾਂ 'ਚੋਂ ਫਸਟ ਆਉਂਦੇ ਸੀ। ਤੇ ਮੇਰੇ ਦੋਨੋਂ ਹੱਥ ਚੁੰਮ ਕੇ ਕਹਿੰਦੇ ਸਾਨੂੰ ਦੱਸ ਦਿਆ ਕਰੋ ਇਹ ਚੀਜ਼ਾਂ ਜਦੋਂ ਇੰਜ ਕਰਦੇ ਹੋ ਤੁਸੀਂ। ਤੇ ਫਿਰ ਮੇਰੀ ਜਿਹੜੀ ਇੱਕ ਕਿਤਾਬ ਹੈਗੀ ਹੈ ਮਾਰਫਤ ਤੇਰੇ, ਮੈਂ ਉਹਨਾਂ ਤੋਂ ਹੀ ਰਿਲੀਜ਼ ਕਰਾਈ ਸੀਗੀ ਇਹ। ਜੀ ਜੀ। ਫਿਰ ਮੈਂ ਇਹਦੀ ਕਿਤੇ ਹੋਰ ਰਿਲੀਜ਼ਿੰਗ ਦਾ ਨਹੀਂ ਫੰਕਸ਼ਨ ਕੀਤਾ, ਇਹ ਅਮਰਤਾ ਜੀ ਨਾਲ ਹੀ ਕਰਾਇਆ ਸੀ। ਔਰ ਉਹਨਾਂ ਨੂੰ ਮੈਂ ਕਈ ਵਾਰੀ ਲਾਸਟ ਡੇ ਵਿੱਚ ਵੀ, ਜਦੋਂ ਅਖੀਰਲੇ ਦਿਨਾਂ 'ਚੋਂ ਮਿਲਦੇ ਨਹੀਂ ਨਾ ਸੀਗੇ, ਤਾਂ ਵੀ ਮੈਂ ਉਹਨਾਂ ਕੋਲ ਉਸ ਦਿਨ ਅੱਧਾ ਪੌਣਾ ਘੰਟਾ ਬੈਠ ਕੇ ਆਈਆਂ। ਮੈਂ ਲੱਤਾਂ ਘੁੱਟੀਆਂ,
ਪਾਈਪ ਨਾਲ ਪਾਣੀ ਪੀਂਦੇ ਸੀ ਉਹ ਪਿਲਾ ਕੇ। ਉਹ ਮੇਰਾ ਜ਼ਿੰਦਗੀ ਦਾ ਬੈਸਟ ਡੇ ਸੀਗਾ ਜਿਹੜਾ ਮੈਂ ਉਹਨਾਂ ਨਾਲ ਸਪੈਂਡ ਕਰਕੇ ਆਈ ਸੀ ਉਸ ਦਿਨ। ਤੇ ਉਦੋਂ ਮੈਂ ਆਪਣਾ ਇਹਦਾ ਕਦਮ ਬੋਸੀ ਦਾ ਟਾਈਟਲ ਲੈਣ ਗਈ ਸੀ ਮਰੋਜ਼ ਜੀ ਕੋਲੋਂ। ਅੱਛਾ, ਇਹ ਉਹਨਾਂ ਨੇ ਬਣਾਇਆ? ਇਹ ਉਹਨਾਂ ਦਾ ਹੀ ਬਣਿਆ ਹੋਇਆ। ਤੇ ਇਹ ਕਦਮ ਬੋਸੀ ਦਾ ਟਾਈਟਲ ਲੈ ਕੇ ਤੇ ਨਾਲ ਫਿਰ ਉਹ ਮੈਂ ਕਿਹਾ ਮੈਨੂੰ ਉਹ ਮਿਲਦੇ ਨਹੀਂ ਸੀ ਬਿਮਾਰੀ ਦੀ ਪੋਜੀਸ਼ਨ 'ਚ, ਪਰ ਫਿਰ ਮੈਂ ਉਹਨਾਂ ਕੋਲ ਅੱਧਾ ਘੰਟਾ ਬੈਠ ਕੇ ਲੱਤਾਂ ਘੁੱਟੀਆਂ ਉਹਨਾਂ ਦਾ ਸਾਰਾ, ਤੇ ਫਿਰ ਪਾਣੀ ਪੂਣੀ ਪਿਲਾਇਆ। ਤੇ ਫਿਰ ਮੈਂ ਉਹਨਾਂ ਦੇ ਉੱਤੇ ਆ ਕੇ ਲਿਖਿਆ ਸੀਗਾ, ਮੈਂ ਕਿਹਾ ਨਦੀਏ, ਮੈਂ ਇਮਰੋਜ਼ ਜੀ ਨੂੰ ਕਿਹਾ, ਮੈਂ ਕਿਹਾ ਹਜੇ ਨਹੀਂ ਜਾਣੇ ਚਾਹੀਦੇ। ਲੋ ਜੀ 72 ਦਾ ਤੇ ਮੈਂ ਵੀ ਹੋ ਗਿਆ ਜਾਣ ਵਾਲਾ, ਤੇ ਹੁਣ ਤੇ ਜਾਣਾ ਹੀ ਹੈ ਨਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਨਦੀਏ ਰਾਣੀਏ ਵੀ ਇਹ ਨਦੀ ਕਿਨਾਰੇ ਰੁਖੜਾ ਕਹਿੰਦਾ ਹੈ ਨਾ, ਤੂੰ ਥੋੜਾ ਜਿਹਾ ਪਰੇ ਨੂੰ ਹੋ ਕੇ ਲੰਘ ਜੀ, ਇਹਨਾਂ ਨੂੰ ਹਲੇ ਸਾਨੂੰ ਚਾਹੀਦੇ, ਇਹਨਾਂ ਦੇ ਕੋਲੋਂ ਨਾ ਲੰਘ ਜੇ ਤੂੰ। ਤੇ ਫਿਰ ਇਹ ਟ੍ਰਿਬਿਊਨ 'ਚ ਛਪਿਆ ਸੀਗਾ ਨਦੀ ਕਿਨਾਰੇ ਰੁਖੜਾ। ਅੱਛਾ, ਰਜਿੰਦਰ ਮਹਿਤਾਬ, ਹਾਂਜੀ, ਮਹਿਤਾਬ ਨਾਂ ਵੀ ਲਾਇਆ ਸੀ ਤੁਸੀਂ ਆਪਣੇ ਤਖੱਲਸ ਦੇ ਤੌਰ? ਹਾਂਜੀ, ਮੇਰੇ ਨਾ ਦਾਦਾ ਜੀ ਦਾ ਨਾਮ ਮਹਿਤਾਬ ਸਿੰਘ ਸੀਗਾ, ਤੇ ਮੈਨੂੰ ਮਹਿਤਾਬ ਬੜਾ, ਮੈਂ ਆਪਣੇ ਨਾਂ ਦੇ ਨਾਲ ਲਾਇਆ ਇਹ। ਮੈਂ ਕਿਹਾ ਮੈਂ ਕੋਈ ਗਜ਼ਲਸ ਵਗੈਰਾ ਲਿਖਾਂਗੀ ਨਾ, ਤੇ ਉਹਦੇ ਲਈ ਮਹਿਤਾਬ ਲੱਗਾ। ਤੇ ਮੈਂ ਉਹਨਾਂ ਨੂੰ ਕਿਹਾ, ਗੁਲਜ਼ਾਰ ਸਿੰਘ ਸੰਧੂ ਜੀ ਹੋਰਾਂ, ਉਹ ਕਹਿੰਦੇ ਰਜਿੰਦਰ ਤੂੰ ਗਜ਼ਲਾਂ ਛੱਡ, ਤੂੰ ਨਜ਼ਮਾਂ ਲਿਖੋ, ਬਹੁਤ ਅੱਛੀਆਂ, ਅੱਜ ਕੱਲ ਦੇ ਬੱਚੇ ਗਜ਼ਲਾਂ ਬਹੁਤ ਸੋਹਣੀਆਂ ਲਿਖਦੇ ਨੇ, ਵੀ ਤੂੰ ਗਜ਼ਲਾਂ ਰਹਿਣ ਦੇ ਲਿਖਣ। ਹਾਂ, ਤੇਰੀਆਂ ਨਜ਼ਮਾਂ ਹੀ ਬਹੁਤ ਚੰਗੀਆਂ ਹੁੰਦੀਆਂ, ਕਹਿੰਦੇ ਤੂੰ ਨਜ਼ਮਾਂ ਲਿਖਿਆ ਕਰ, ਗਜ਼ਲਾਂ ਬੱਚਿਆਂ ਤੇ ਛੱਡ ਦੇ ਅੱਜ ਕੱਲ। ਤੇ ਫਿਰ ਮੈਂ ਉਹ ਲਾਇਆ ਹੀ ਨਹੀਂ ਤਖੱਲਸ ਲਾਇਆ ਨਹੀਂ? ਹਾਂ, ਲਾਇਆ ਨਹੀਂ, ਪਰ ਮੈਂ ਲਿਖਿਆ ਹੋਇਆ ਇੱਕ ਕਿਤਾਬ ਦੇ ਵਿੱਚ। ਜੀ ਜੀ। ਅੱਛਾ ਰਜਿੰਦਰ ਮੈਮ, ਤੁਸੀਂ ਟੀਚਿੰਗ ਦੇ ਵਿੱਚ ਰਹੇ ਹੋ, ਤੁਸੀਂ ਬੱਚਿਆਂ ਨੂੰ ਬੜਾ ਨੇੜਿਓਂ ਜਾਣਦੇ ਹੋ, ਹਨਾ? ਤੁਸੀਂ ਸਾਡੀ ਵੀਡੀਓ ਉਹਦਾ ਬਹੁਤ ਬਹੁਤ ਧੰਨਵਾਦ। ਪਰ ਇੱਕ ਮੈਂ ਤੁਹਾਡੇ ਤੋਂ ਮੈਸੇਜ ਲੈਣਾ ਬੱਚਿਆਂ ਲਈ, ਜਿਹੜੇ ਬਾਹਰ ਬੱਚੇ ਨੇ, ਪੇਰੈਂਟਸ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਾਹਿਤ ਲਈ, ਤੇ ਜੋ ਵੀ ਤੁਹਾਡੇ ਸ਼ਬਦ ਨੇ? ਮੈਂ ਬੱਚਿਆਂ ਨੂੰ ਇਹ ਗੱਲ ਕਹਾਂਗੀ ਕਿ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣਾ ਚਾਹੀਦਾ। ਜਿਹੜਾ ਵੀ ਅਸੀਂ ਹੁਣ ਜੋ ਸਾਹਿਤ ਲਿਖਦੇ ਹਾਂ ਟਰਾਂਸਲੇਟ ਤੇ ਹੋ ਜਾਂਦਾ ਹੈ, ਦੂਜੇ ਕਹਿੰਦੇ, ਪਰ ਜਿਹੜੀ ਸਾਡੇ ਮਨ ਦੀ ਗੱਲ ਹੈਗੀ ਹੈ ਨਾ ਜੀ, ਉਹ ਅਸੀਂ ਆਪਣੀ ਮਾਂ ਬੋਲੀ 'ਚ ਹੀ ਕਹਿ ਸਕਦੇ ਹੈਗੇ ਆ। ਲਿਖੋ, ਅੱਜ ਕੱਲ੍ਹ ਬੱਚਿਆਂ ਦਾ ਇੰਗਲਿਸ਼ 'ਚ ਵੀ ਬਹੁਤ ਲਿਖਦੇ ਦੂਜੇ। ਮੇਰੇ ਬੇਟੀ ਦੇ ਹਸਬੈਂਡ ਆਰਮੀ 'ਚ ਸੀ, ਉਹ ਬ੍ਰਹਮਪੁੱਤਰਾ ਕੋਲ, ਉੱਥੇ ਉਹਨਾਂ ਨੇ ਪੋਇਮਸ ਲਿਖਣੀਆਂ ਇੰਗਲਿਸ਼ ਵੀ, ਤੇ ਮੇਰੀ ਬੇਟੀ ਨੂੰ ਭੇਜ ਦੇਣੀਆਂ। ਉਹ ਕਹਿੰਦੀ ਪੋਇਮਸ ਮੰਮੀ ਨੂੰ ਭੇਜਿਆ ਕਰੋ, ਮੈਨੂੰ ਇੰਟਰਸਟ ਨਹੀਂ ਹੈ। ਮੈਂ ਕਹਿਣਾ ਵੀ ਜਦ ਤੇਰਾ ਜੀ ਕਰਦਾ, ਵੀ ਮੇਰਾ ਤੈਨੂੰ ਘਸੁੰਨ ਮਾਰਨ ਨੂੰ ਜੀ ਕਰਦਾ ਆ, ਘਸੁੰਨ ਦਾ ਕੀ ਸ਼ਬਦ ਲਗਾਏਂਗੀ? ਘਸੁੰਨੀ ਆ, ਥੱਪੜ ਮਾਰਨਾ, ਹੋਰ ਕੋਈ ਕਰਨਾ। ਸੋ ਜੋ ਅਸੀਂ ਆਪਣੇ ਦਿਲ ਦੇ ਭਾਵ, ਜੋ ਸਾਡੀਆਂ, ਉਹ ਅਸੀਂ ਆਪਣੀ ਮਾਂ ਬੋਲੀ ਹੈ ਨਾ, ਮੈਂ ਕਹਾਂਗੀ ਆਪਣੀ ਮਾਂ ਬੋਲੀ ਦਾ ਪੱਲਾ ਕਿਸੇ ਨੂੰ ਨਹੀਂ ਛੱਡਣਾ ਚਾਹੀਦਾ। ਮਾਂ ਬੋਲੀ ਪੰਜਾਬੀ ਬੋਲੀ ਰਕਾਨ ਆ। ਹਾਂਜੀ, ਰਕਾਨ ਹੈਗੀ ਹੈ। ਔਰ ਇਹ ਸਾਰੇ ਕਹਿੰਦੇ ਆ ਨਾ ਮਾਂ ਬੋਲੀ ਨੂੰ ਖਤਰਾ, ਮੈਂ ਕਹਿੰਦੀ ਕਦੇ ਖਤਰਾ ਹੋ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਸਾਰੀ ਵਰਲਡ 'ਚ ਪੰਜਾਬ ਫੈਲਿਆ ਪਿਆ ਆ। ਸਾਰੇ ਪੰਜਾਬੀ ਬੋਲੀ ਦਾ ਹਰ, ਸਾਡੇ ਐਡੇ ਐਡੇ ਗ੍ਰੰਥ, ਸਾਡੇ ਐਡੇ ਐਡੇ ਮਹਾਪੁਰਸ਼, ਸਾਡੇ ਐਡੇ ਐਡੇ ਰਾਈਟ ਭਰੀ ਪਈ ਆ ਬਾਣੀ, ਔਰ ਇੰਨਾ ਕੁਝ ਸਾਡਾ ਪੰਜਾਬੀ ਬੋਲੀ ਦੇ ਵਿੱਚ ਹੈਗਾ ਹੈ ਨਾ, ਇਹ ਕਦੇ ਖਤਮ ਨਹੀਂ ਹੋਏਗੀ, ਚਾਹੇ ਜਿੰਨਾ ਮਰਜ਼ੀ ਕੋਈ ਕਹੇ। ਇਹ ਮੇਰਾ ਦਾਅਵਾ ਹੈ। ਇੱਕ ਨਾ ਚੀਜ਼ ਸੁਣ ਰਿਹਾ ਸੀ ਪਿੱਛੇ ਜੇ, ਕਹਿੰਦੇ ਬਲਰਾਜ ਸਾਹਨੀ ਅੰਗਰੇਜ਼ੀ 'ਚ ਕਵਿਤਾ ਲਿਖ ਕੇ ਲੈ ਗਿਆ ਉਹਦੇ ਕੋਲੇ, ਆਪਣੇ ਉਹਨਾਂ ਕੋਲੇ ਬੜੇ ਵੱਡੇ ਸਾਹਿਤਕਾਰ ਹੋਏ ਨੇ, ਹਾਂਜੀ, ਰਵਿੰਦਰਨਾਥ ਟੈਗੋਰ ਜੀ। ਤੇ ਉਹ ਕਹਿੰਦੇ ਵੀ ਤੂੰ ਪੰਜਾਬੀ 'ਚ ਕਾਹਤੋਂ ਨਹੀਂ ਲਿਖੀ? ਹਾਂਜੀ, ਉਹ ਕਹਿੰਦਾ ਵੀ ਮੈਂ ਨਾ ਜਿਹੜੀ ਮੇਰੀ ਕਵਿਤਾ ਭਾਵ ਵੱਡੇ ਹੁੰਦੇ ਉਹ ਪੰਜਾਬੀ 'ਚ ਕਹਿੰਦਾ ਲਿਖੀ ਨਹੀਂ ਜਾਣੀ ਉਹ, ਨਹੀਂ ਲਿਖੇ। ਤੇ ਰਵਿੰਦਰਨਾਥ ਜੀ ਦੇ ਸ਼ਬਦ ਸੀ, ਕਹਿੰਦੇ ਤੂੰ ਨਾਨਕ ਤੋਂ ਵੱਡਾ ਹੋ ਗਿਆ। ਹਾਂ, ਬਾਬੇ ਨਾਨਕ ਨੇ ਜਿਹਨੇ ਇੰਨਾ ਕੁਝ ਲਿਖਿਆ ਪੰਜਾਬੀ ਦੇ ਵਿੱਚ, ਫਰੀਦ ਤੋਂ ਵੱਡਾ ਹੋ ਗਿਆ। ਫਿਰ ਕਹਿੰਦੇ ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਪੰਜਾਬੀ 'ਚ ਲਿਖਣਾ ਸ਼ੁਰੂ ਕਰਿਆ, ਤੇ ਆਪਦੀਆਂ ਕਈ ਕਿਤਾਬਾਂ ਪੰਜਾਬੀ 'ਚ ਛਪਵਾਈਆਂ। ਹਾਂਜੀ, ਤੇ ਜਿਹੜੀ ਸਾਡੀ ਗੁਰਮੁਖੀ ਲਿਪੀ ਹੈ ਨਾ, ਸਾਡੀ ਪੰਜਾਬੀ ਤੇ ਦੇਖੋ ਪਾਕਿਸਤਾਨ 'ਚ ਕਿੰਨੀ ਚੱਲ ਰਹੀ, ਪਰ ਜਿਹੜੀ ਸਾਡੀ ਗੁਰਮੁਖੀ ਲਿਪੀ ਹੈ, ਉਹਦੇ 'ਚ ਸਾਡਾ ਇੰਨਾ ਕੁ ਵਿਰਸਾ ਆ, ਇੰਨਾ। ਤੁਸੀਂ ਆਧੁਨਿਕ ਰਾਈਟਰਾਂ ਨੂੰ ਹੀ ਪੜ੍ਹ ਲਓ, ਤੁਸੀਂ ਰੂਹ ਖੁਸ਼ਨ ਦੀ ਪਾਤਰ ਜੀ ਹੈਗੇ ਨੇ, ਹੋਰ ਸਾਡੇ ਐਡੇ ਵੱਡੇ ਵੱਡੇ ਰਾਈਟਰ ਨੇ ਪੰਜਾਬੀ ਦੇ, ਤੁਸੀਂ ਜਿਨ੍ਹਾਂ ਨੂੰ ਮੈਂ ਤੇ ਇੱਕ ਜੋ ਤੁਹਾਨੂੰ ਸਕੂਨ ਆਪਣੀ ਲੈਂਗੁਏਜ 'ਚ ਪੜ੍ਹ ਕੇ ਆਉਂਦਾ, ਹੋਰ ਕਿਤੇ ਨਹੀਂ ਆਉਂਦਾ, ਕਿਸੇ ਲੈਂਗੁਏਜ 'ਚ। ਤੁਸੀਂ ਮੈਮ ਸਾਡੇ ਕਹਿ ਲਓ ਵੀ ਨਾਲ ਆ ਕੇ ਸਾਹਿਤ ਦੀ ਤੰਦ ਪਈ, ਸਾਡੇ ਵਿਹੜੇ ਆਏ ਹੋ, ਤੁਹਾਡਾ ਆਉਣ ਤੇ ਬਹੁਤ ਬਹੁਤ ਧੰਨਵਾਦ। ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਰਜਿੰਦਰ ਕੌਰ ਮੈਮ, ਜਿਨ੍ਹਾਂ ਦੀਆਂ ਕਿਤਾਬਾਂ ਬਾਰੇ ਮੈਂ ਤੁਹਾਨੂੰ ਦੱਸਦਾ, ਸਾਹਿਤ ਰਚਨਾ ਬਾਰੇ ਵੀ ਤੁਹਾਨੂੰ ਦੱਸਦਾ, ਕਿਤਾਬਾਂ ਤੁਸੀਂ ਪੜ੍ਹ ਸਕਦੇ ਹੋ, ਬੱਚਿਆਂ ਨੂੰ ਪੜ੍ਹਾ ਸਕਦੇ ਹੋ। ਵੇਲਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਹੋ ਗਿਆ। ਆਪਣਾ ਖਿਆਲ ਰੱਖੋ, ਪੰਜਾਬੀ ਦੇ ਨਾਲ ਜੁੜੇ ਰਹੋ, ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜੋ, ਪੰਜਾਬੀ ਘਰੇ ਬੋਲੋ, ਉਹਨਾਂ ਨੂੰ ਵੀ ਸਿਖਾਓ। ਸੋ ਅੱਜ ਦੀ ਸਾਹਿਤਕ ਤੰਦਾਂ ਦੀ ਲੜੀ ਵਿੱਚ ਅੱਜ ਦਾ ਪ੍ਰੋਗਰਾਮ ਇੰਨਾ ਹੀ। ਆਪਣਾ ਰੱਖੋ ਖਿਆਲ, ਜੁੜੇ ਰਹੋ ਜਸ ਪੰਜਾਬੀ ਦੇ ਨਾਲ। ਸਾਨੂੰ ਦਿਓ ਇਜਾਜ਼ਤ,
ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।